हेलो एवरीवन वेलकम टू करियर क्वेस्ट ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਅੱਜ ਆਪਾਂ ਇੱਕ ਕ੍ਰੂਸ਼ੀਅਲ ਟੌਪਿਕ ਨੂੰ ਕਵਰ ਕਰਨ ਜਾ ਰਹੇ ਹਾਂ ਜੋ ਕਿ ਸਾਡੇ ਐਗਜ਼ਾਮ ਪੁਆਇੰਟ ਆਫ View ਨਾਲ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬਜਟ ਸਾਡੇ ਪੰਜਾਬ ਦੇ ਬਜਟ ਨੂੰ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਸਭ ਨੂੰ ਪਤਾ ਹੈ ਕਿ ਹੁਣੇ ਰੀਸੈਂਟਲੀ ਥੋੜੇ ਦਿਨ ਪਹਿਲਾਂ ਹੀ ਸਾਡੇ ਪੰਜਾਬ ਦਾ ਬਜਟ ਅਨਾਉਂਸ ਕੀਤਾ ਗਿਆ ਫਸਟਲੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਜਟ ਕੀ ਹੁੰਦਾ ਹੈ ਤੇ ਆਪਾਂ ਇੱਥੇ ਡਿਸਕਸ ਹੀ ਕਿਉਂ ਕਰਨ ਲੱਗੇ ਹਾਂ ਅੱਜ ਬਜਟ ਨੂੰ ਸੋ ਆਪਾਂ ਦਾ ਜੋ ਮੋਟਿਵ ਹੈ ਸਾਡਾ ਡਿਸਕਸ ਕਰਨ ਦਾ ਮੋਟਿਵ ਕੀ ਹੈ ਅੱਜ ਬਜਟ ਨੂੰ ਡਿਸਕਸ ਕਰਨ ਦਾ ਮੇਨ ਮੋਟਿਵ ਹੈ ਕਿ ਜਦੋਂ ਹੁਣ ਸਾਡੇ ਬਹੁਤ ਸਾਰੇ ਐਗਜ਼ਾਮ ਕੰਡਕਟ ਹੋਣੇ ਨੇ ਜਿਵੇਂ ਪ੍ਰੀ ਟ੍ਰਿਪਲ ਐਸਬੀ ਐਗਜ਼ਾਮ ਕੰਡਕਟ ਕਰਵਾਏਗਾ ਐਕਸਾਈਜ਼ ਦਾ ਐਗਜ਼ਾਮ ਵੀਡੀਓ ਐਗਜ਼ਾਮ ਪੀ ਟ੍ਰਿਪਲ ਐਸਬੀ ਦੇ ਕਲੈਰੀਕਲ ਐਗਜ਼ਾਮ ਜਾਂ ਫਿਰ ਤੁਸੀਂ ਹੋਰ ਵੀ ਜਿੰਨੇ ਪੰਜਾਬ ਦੇ ਐਗਜ਼ਾਮ ਨੇ ਉਹਨਾਂ ਦੇ ਵਿੱਚ ਕਰੰਟ ਅਫੇਅਰਸ ਦੇ ਲਈ ਇਹ ਟੌਪਿਕ ਬਹੁਤ ਜ਼ਿਆਦਾ ਇੰਪੋਰਟੈਂਟ ਹੋਏਗਾ ਹੋ ਸਕਦਾ ਇੱਕ ਤੋਂ ਦੋ ਕੁਐਸਚਨ ਕਿਸੇ ਵੀ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲ ਜਾਣਗੇ ਸੋ ਆਪਾਂ ਜੋ ਬਜਟ ਅੱਜ ਡਿਸਕਸ ਕਰਾਂਗੇ ਉਹ ਐਗਜ਼ਾਮ ਓਰੀਐਂਟਡ ਪੁਆਇੰਟਸ ਨੂੰ ਹੀ ਮੱਦੇ ਨਜ਼ਰ ਰੱਖਦੇ ਹੋਏ ਡਿਸਕਸ ਕਰਾਂਗੇ ਕਿ ਅੱਜ ਜੋ ਬਜਟ ਹੈ ਉਹ ਹੈ ਕੀ ਹੈ ਫਸਟਲੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਬਜਟ ਬਟ ਸਾਡਾ ਸੰਵਿਧਾਨ ਹੈ ਸਾਡੇ ਕਨਸਟੀਟਿਊਸ਼ਨ ਹੈ ਉਸ ਦੇ ਵਿੱਚ ਇਸ ਸ਼ਬਦ ਦਾ ਜ਼ਿਕਰ ਵੀ ਨਹੀਂ ਕੀਤਾ ਹੋਇਆ ਫਿਰ ਆਪਾਂ ਸਾਡੇ ਕਨਸਟੀਟਿਊਸ਼ਨ ਮੈਨਰਸ ਦੇ ਵਿੱਚ ਆਪਾਂ ਇਸ ਬਜਟ ਨੂੰ ਕਿਉਂ ਹੀ ਪੇਸ਼ ਕਰਦੇ ਆ ਹੈ ਕੀ ਹੈ ਬਜਟ ਦੇਖੋ ਸਭ ਨੂੰ ਪਤਾ ਹੈ ਕਿ ਅਗਰ ਆਪਾਂ ਡੇਲੀ ਲਾਈਫ ਦੀ ਅਗਰ ਗੱਲ ਕਰੀਏ ਤਾਂ ਅਸੀਂ ਬਜਟ ਕਿਸ ਨੂੰ ਕਹਿੰਦੇ ਆ ਜਦੋਂ ਅਸੀਂ ਕੋਈ ਸੋਹਣੀ ਜੀ ਡਰੈਸ ਦੇਖ ਲਈ ਦਿਲ ਕੀਤਾ ਪਰਚੇਸ ਕਰਨ ਨੂੰ ਕਿ ਮੈਂ ਇਸ ਨੂੰ ਪਰਚੇਸ ਕਰ ਲਾਂ ਬਟ ਅਸੀਂ ਉਸ ਨੂੰ ਡਿਨਾਈ ਕਰਦੇ ਨੇ ਅਸੀਂ ਪਰਚੇਸ ਨਹੀਂ ਕਰਦੇ ਵਾਈ ਅਸੀਂ ਕੀ ਕਹਿੰਦੇ ਨੇ ਸਾਡੇ ਬਜਟ ਦੇ ਵਿੱਚ ਨਹੀਂ ਹੈ ਬਹੁਤ ਜ਼ਿਆਦਾ ਮਹਿੰਗੀ ਹੈ ਸੋ ਅਸੀਂ ਆਪਣੇ ਅਗਰ ਸਾਨੂੰ ਕੋਈ ਪੇ ਮਿਲਦੀ ਹੈ ਅਗਰ ਆਪਣਾ ਅਸੀਂ ਇੱਕ ਪੇ ਦੇ ਨਾਲ ਅਸੀਂ ਮਹੀਨਾ ਚਲਾਉਣਾ ਹੈ ਠੀਕ ਹੈ ਤਾਂ ਉਹਦੇ ਲਈ ਇੱਕ ਅਸੀਂ ਬਜਟ ਤਿਆਰ ਕਰਦੇ ਹਾਂ ਕਿ ਇਸ ਪੇ ਦੇ ਨਾਲ ਅਗਰ ਸਾਨੂੰ 20-30 ਹਜ਼ਾਰ ਜਿੰਨਾ ਵੀ ਮਿਲ ਰਿਹਾ ਉਸ 20-30 ਹਜ਼ਾਰ ਦੇ ਨਾਲ ਅਸੀਂ ਮਹੀਨੇ ਦੇ ਵਿੱਚ ਕਿਵੇਂ ਗੁਜ਼ਾਰਾ ਕਰਾਂਗੇ ਉਸ ਦੇ ਵਿੱਚੋਂ ਕਿੰਨੇ ਪੈਸੇ ਕਿਸ ਜਗ੍ਹਾ ਦੇ ਉੱਤੇ ਲਗਾਏ ਜਾਣਗੇ ਕਿੰਨੇ ਪੈਸੇ ਕਿਸ ਜਗ੍ਹਾ ਦੇ ਉੱਤੇ ਲਗਾਏ ਜਾਣਗੇ ਜਦੋਂ ਅਸੀਂ ਇਸ ਚੀਜ਼ ਨੂੰ ਤਿੱਬਰਤਾ ਅਨੁਸਾਰ ਅਸੀਂ ਬਣਾਉਂਦੇ ਆ ਤਾਂ ਉਸ ਨੂੰ ਕੀ ਕਿਹਾ ਜਾਂਦਾ ਇੱਕ ਬਜਟ ਤਿਆਰ ਕਰਨਾ ਕਿਹਾ ਜਾਂਦਾ ਹੈ ਤੇ ਅਸੀਂ ਇਨਸਟੈਂਟ ਮਤਲਬ ਅਚਾਨਕ ਹੀ ਅਸੀਂ ਕੀ ਸਡਨਲੀ ਸਾਨੂੰ ਕੋਈ ਵਧੀਆ ਜੀ ਡਰੈਸ ਦਿਖ ਜਾਂਦੀ ਹੈ ਜਿਸ ਦੀ ਕਾਸਟ ਹੈ ਜੀ 20,000 ਜੇ ਅਸੀਂ 20,000 ਉਸ ਡਰੈਸ ਦੇ ਉੱਤੇ ਲਗਾ ਦਿੰਦੇ ਆ ਤਾਂ ਸਾਡਾ ਕੀ ਹੋ ਜਾਂਦਾ ਹੈ ਬਜਟ ਹਿਲ ਜਾਂਦਾ ਹੈ ਡਗਮਗਾ ਜਾਂਦਾ ਹੈ ਠੀਕ ਹੈ ਜੀ ਸੋ ਬਜਟ ਕੀ ਹੈ ਕਿ ਅਸੀਂ ਕਿਸੇ ਇੱਕ ਫਿਕਸ ਟਾਈਮ ਦੇ ਵਿੱਚ ਕਿਸ ਤਰੀਕੇ ਦੇ ਨਾਲ ਚਲਾਉਣਾ ਹੈ ਆਪਣੀ ਅਗਰ ਅਸੀਂ ਸੈਂਟਰ ਦਾ ਬਜਟ ਆ ਰਿਹਾ ਤਾਂ ਪੂਰੀ ਕੰਟਰੀ ਨੂੰ ਚਲਾਉਣਾ ਹੈ ਉਸ ਬਜਟ ਦੇ ਵਿੱਚ ਤੇ ਅਗਰ ਅਸੀਂ ਆਪਣੀ ਸਟੇਟ ਦੀ ਗੱਲ ਕਰੀਏ ਤਾਂ ਬਜਟ ਕੀ ਹੈ ਕਿ ਅਗਰ ਅਸੀਂ ਗੱਲ ਕਰੀਏ ਕਿ ਪੰਜਾਬ ਨੇ ਆਪਣਾ ਬਜਟ ਪੇਸ਼ ਕੀਤਾ ਤਾਂ ਇਸ ਦਾ ਮਤਲਬ ਹੈ ਕਿ ਸਾਡੀ ਸਟੇਟ ਨੂੰ ਪੰਜਾਬ ਨੂੰ ਇੰਨੇ ਪੈਸੇ ਦੇ ਵਿੱਚ ਕਿਵੇਂ ਚਲਾਇਆ ਜਾਏਗਾ ਕਿਸੇ ਸਟੇਟ ਨੂੰ ਚਲਾਉਣਾ ਸੋ ਬਜਟ ਹੋਪਫੁਲੀ ਤੁਹਾਨੂੰ ਕਲੀਅਰ ਹੋਏਗਾ ਕਿ ਬਜਟ ਸ਼ਬਦ ਹੈ ਕੀ ਹੈ ਸੈਕਿੰਡ ਚੀਜ਼ ਮੈਂ ਕਹੀ ਕਿ ਸਾਡੇ ਸੰਵਿਧਾਨ ਦੇ ਵਿੱਚ ਬਜਟ ਸ਼ਬਦ ਨੂੰ ਯੂਜ਼ ਵੀ ਨਹੀਂ ਕੀਤਾ ਗਿਆ ਉਸ ਦਾ ਜ਼ਿਕਰ ਵੀ ਨਹੀਂ ਕੀਤਾ ਗਿਆ ਤਾਂ ਬਜਟ ਦੀ ਜਗ੍ਹਾ ਤੇ ਪੁੱਛਿਆ ਜਾਂਦਾ ਐਗਜ਼ਾਮ ਦੇ ਵਿੱਚ ਕਿ ਬਜਟ ਅਗਰ ਯੂਜ਼ ਨਹੀਂ ਕੀਤਾ ਗਿਆ ਤਾਂ ਬਜਟ ਦੀ ਜਗ੍ਹਾ ਦੇ ਉੱਤੇ ਸਾਡੇ ਸੰਵਿਧਾਨ ਦੇ ਵਿੱਚ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਕਿਸ ਵਰਡ ਨੂੰ ਯੂਜ਼ ਕੀਤਾ ਗਿਆ ਤਾਂ ਵਰਡ ਹੈ ਜੀ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਠੀਕ ਹੈ ਜੀ ਕੀ ਹੈ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਸੋ ਮੈਂ ਇੰਨੀ ਡਿਟੇਲ ਬਾਰੇ ਕਿਉਂ ਦੱਸ ਰਹੀ ਹਾਂ ਕਿ ਮੈਂ ਬਜਟ ਉਸ ਟੌਪਿਕ ਨੂੰ ਪੜਾਉਣ ਜਾ ਰਹੀ ਹਾਂ ਕਿ ਹੋ ਸਕਦਾ ਬਹੁਤ ਸਾਰੇ ਬੱਚਿਆਂ ਨੂੰ ਜੋ ਟਰਮਸ ਨੇ ਬਜਟ ਦੇ ਵਿੱਚ ਮੈਂ ਯੂਜ਼ ਕਰਾਂ ਤਾਂ ਸ਼ਾਇਦ ਹੋ ਸਕਦਾ ਸਮਝ ਨਾ ਆਉਣ ਤਾਂ ਉਹਨਾਂ ਚੀਜ਼ਾਂ ਦੀ ਜਾਣਕਾਰੀ ਮੈਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਹੀ ਦੇਣਾ ਚਾਹੁੰਦੀ ਹਾਂ ਕਿ ਸਾਡੇ ਸੰਵਿਧਾਨ ਦੇ ਵਿੱਚ ਬਜਟ ਨਾਮ ਨੂੰ ਯੂਜ਼ ਨਹੀਂ ਕੀਤਾ ਗਿਆ ਵਰਡ ਨੂੰ ਉਸ ਦੀ ਜਗ੍ਹਾ ਦੇ ਉੱਤੇ ਯੂਜ਼ ਕੀਤਾ ਗਿਆ ਐਨੂਅਲ ਸਟੇਟਮੈਂਟ ਅਗਰ ਅਸੀਂ ਸਟੇਟ ਦੀ ਗੱਲ ਕਰੀਏ ਤਾਂ ਸਟੇਟ ਦੇ ਲਈ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਦਾ ਜ਼ਿਕਰ ਕੀਤਾ ਗਿਆ ਅੰਡਰ ਆਰਟੀਕਲ 202 ਤਾਂ ਇਨ ਸ਼ਾਰਟ ਤੁਸੀਂ ਯਾਦ ਰੱਖ ਸਕਦੇ ਹੋ ਕਿ ਸਾਡੇ ਸਟੇਟ ਦੇ ਲਈ ਜੋ ਬਜਟ ਪੇਸ਼ ਕੀਤਾ ਜਾਂਦਾ ਹੈ ਉਹ ਸੰਵਿਧਾਨ ਦੇ ਕਿਸ ਆਰਟੀਕਲ ਦੇ ਅੰਡਰ ਕੀਤਾ ਜਾਂਦਾ ਹੈ 202 ਆਰਟੀਕਲ ਦੇ ਵਿੱਚ ਅਗਰ ਅਸੀਂ ਸੈਂਟਰ ਦੀ ਗੱਲ ਕਰੀਏ ਤਾਂ ਸੈਂਟਰ ਦੇ ਵਿੱਚ ਫਾਈਨੈਂਸ਼ੀਅਲ ਐਨੂਅਲ ਸਟੇਟਮੈਂਟ ਜਾਂ ਤੁਸੀਂ ਕਹਿ ਦੋ ਕਿ ਬਜਟ ਦੀ ਗੱਲ ਕਿਸ ਆਰਟੀਕਲ ਦੇ ਅੰਡਰ ਕੀਤੀ ਗਈ ਹੈ 112 ਦੇ ਅੰਡਰ ਠੀਕ ਹੈ 112 ਆਰਟੀਕਲ ਦੋਨਾਂ ਦੇ ਵਿੱਚ ਡਿਫਰੈਂਸ ਹੈ ਸੋ ਇਹ ਚੀਜ਼ਾਂ ਕਲੀਅਰ ਹੋਣੀਆਂ ਚਾਹੀਦੀਆਂ ਅਗਰ ਸਟੇਟ ਦਾ ਬਜਟ ਹੈ ਤਾਂ ਅੰਡਰ ਆਰਟੀਕਲ 202 ਹੈ ਅਗਰ ਸੈਂਟਰ ਦਾ ਬਜਟ ਹੈ ਤਾਂ ਅੰਡਰ ਆਰਟੀਕਲ 112 ਹੈ
ठीक है जी। इस तो इलावा अगर पूछा जाए कि बजट किन्ने टाइम ਲਈ पेश किया जाता है तो बजट की किया जाता है एक फिस्कल ईयर के लिए इंट्रोड्यूस किया जाता है। फिस्कल ईयर कदों स्टार्ट होंदा है ते कदों खत्म होंदा है इस चीज़ बारे भी तुहानूं पता होना चाहिए। साडा फिस्कल ईयर स्टार्ट होंदा है जी 1 अप्रैल तो लैके कदों तक होंदा है जी 31 मार्च तक होंदा है। एक साल एक फाइनैंशियल ईयर या एक फिस्कल ईयर किन्ने टाइम पीरियड का होंदा है जी ये स्टार्ट होंदा है 1 अप्रैल तो लैके 31 मार्च तक। हुण नैक्सट चीज़ जो एग्जाम पॉइंट ऑफ व्यू नाल इंपॉर्टेंट है कि यह सानू पता है कि साडी नवीं सरकार आई है आम आदमी पार्टी। सो आम आदमी पार्टी का यह किनवा बजट है। अगर पूरे बजट कंप्लीट बजट की गल करो तो यह आम आदमी पार्टी का सैकेंड बजट है। अगर वैसे गल करो अगर कंप्लीट बजट की गल करो तो फर्स्ट कंप्लीट बजट है। अगर वैसे गल करो तो यह आम आदमी पार्टी का सैकेंड बजट है। सो ये चीज़ का पता होना चाहिए कि आम आदमी पार्टी का यह सैकेंड बजट पेश किया गया। हुण मोस्ट इंपॉर्टेंट चीज़ एग्जाम पॉइंट ऑफ व्यू दे नाल कि बजट किस दे द्वारा पेश किया जाता है। ये साडे संविधान दे विच साडे कॉन्स्टिट्यूशन दे विच साफ साफ लिखा गया है कि जो फाइनैंशियल एनुअल स्टेटमेंट है जो बजट है ये फाइनांस मिनिस्टर दे द्वारा पेश किया जाता है। पंजाब दा फाइनांस मिनिस्टर कौन है? हरपाल सिंह चीमा। सो पंजाब दा जो बजट है वह हरपाल सिंह चीमा दे द्वारा पेश किया गया। ये भी पूछा जा सकता है सेंटर का तो उस सेंटर का भी फाइनांस मिनिस्टर के द्वारा ही बजट पेश किया जाता है। तो साडे जो फाइनांस मिनिस्टर ने साडे कंट्री दे तो कौन ने? डॉक्टर निर्मल सीतारमन। सो ये चीज़ों का तुहानूं पता होना चाहिए कि कौन पेश करता है, बजट है की है, ठीक है जी, किसके द्वारा पेश किया जाता है। जो अगर बजट का जिक्र साडे संविधान दे विच नहीं किया गया तो उसकी जगह के उत्ते की बोलिया गया। सो इस तो इलावा हुण आपां बजट की अगर स्पैसीफिक आपां स्टेटमेंट डेफिनेशन की गल करते हैं कि डेफिनेशन की है साडे बजट की डेफिनेशन की है। एक ऐसी स्टेटमेंट है जिस दे विच एस्टीमेट ऑफ कैपिटल रेवेन्यू ते एक्सपेंडिचर की गल की गई है। ऐसी स्टेटमेंट है जो साडा बजट है एक ऐसी स्टेटमेंट है जिस दे विच एस्टीमेटेड एक्सपेंडिचर ते एस्टीमेटेड रेवेन्यू की गल की गई है। एस्टीमेटेड वर्ड नू याद रखना है क्योंकि फिक्स नहीं है, किसी नू नहीं पता कि आने वाले समय दे विच की ही हो जाना है। सो एक एस्टीमेट जो रखा गया है कि साडे स्टेट दे विच जां साडी कंट्री दे विचों कित्थों सानू कित्थे साडा खर्चा होएगा, एक्सपेंडिचर होएगा ते कित्थों सानू इनकम होएगी, कित्थों सानू रेवेन्यू होएगा। सो ये दो वर्ड्स का यूज किया गया है डेफिनेशन ऑफ फाइनैंशियल एनुअल फाइनैंशियल स्टेटमेंट दे विच। ऐसी स्टेटमेंट जिस दे विच एस्टीमेट ऑफ किसका एक्सपेंडिचर ते रेवेन्यू का किया गया। सो बजट बारे पता होना चाहिए कि बजट दे विच दिता गया है। सो बजट तीसरी गल बजट दे विच किस जो बजट बनाया जाता है वो किस नू यूज करके बनाया जाता है, किहड़े-किहड़े साल्स नू किहड़े-किहड़े ईयर्स नू इनक्लूड किया जाता है। इस दे विच 2 ईयर्स नू इनक्लूड किया जाता है। एक तो जो साडा क्लोजिंग फाइनैंशियल ईयर है, मतलब कि जो साडा साल निकल चुका है, ठीक है, 2022 तो लेके 2023 वाला क्लोजिंग फाइनैंशियल ईयर। ये भी एग्जाम दे विच पूछा जा सकता है कि व्हाट इज क्लोजिंग फाइनैंशियल ईयर। क्लोजिंग फाइनैंशियल ईयर हुंदा है कि जो साडा निकल चुका साल है उसनू यूज किया जाता, उतो एस्टीमेट लगाया उतो ओरिजिनल एक इन्फॉर्मेशन ली जाती है कि हाँ ये चीज़ां वापरियां, कित्थे सानू डेफिसिट होया, कित्थे सानू प्रॉफिट होया, सरप्लस होया। ये 2 वर्ड्स याद रखने ने। सरप्लस मतलब साडी इनकम दे विच वाधा होना, डेफिसिट मतलब कि सानू घाटा होना। ये असी की लगा सकते एक ओरिजिनल पॉइंट ऑफ व्यू लैने आ कितों क्लोजिंग ईयर तो ते एक ईयर यूज किया जाता है जो आने वाला ईयर है 2022 तो लेके 2023 के ईयर नू असी क्लोजिंग ईयर करांगे ते 2023 तो 2024 जो साडा आने वाला साल है जिस दे लई असी पेश किया है ये 2 सालां नू यूज किया जाता है बजट बनाउण दे लई। सो मैं 2 वर्ड यूज किए, एक सरप्लस ते एक डेफिसिट। सो ये भी चीज़ां तुहानूं पता होनियां चाहिए कि सरप्लस की है। सरप्लस के साडी इनकम दे विच वाधा होना ते डेफिसिट मतलब कि साडी घाटा होना। हुण डेफिसिट 2 तरीके दा हुंदा है।
क्योंकि ये वर्ड्स मैं तां दस रही हां बिकॉज ਜਦੋਂ मैं स्टार्ट करना इन्हां वर्ड्स ਨੂੰ यूज करना है सो इन्हां ਦੀਆਂ ਚੀਜ਼ਾਂ इन्हां ਦੀਆਂ स्टेटमेंट्स ਤੁਹਾਨੂੰ ਪਹਿਲਾਂ ਪਤਾ ਹੋਣੀਆਂ ਚਾਹੀਦੀਆਂ ਡੈਫੀਨੇਸ਼ਨ ਸੌਰੀ ਦੋ ਡੈਫਿਸਿਟ ਹੁੰਦੇ ਨੇ ਦੋ ਤਰੀਕੇ ਦੇ ਘਾਟੇ ਹੁੰਦੇ ਨੇ ਕਿਹੜੇ ਕਿਹੜੇ ਇੱਕ ਹੁੰਦਾ ਰੈਵਨਿਊ ਡੈਫਿਸਿਟ ਤੇ ਇੱਕ ਹੁੰਦਾ ਫਿਸਕਲ ਡੈਫਿਸਿਟ ਦੋਨਾਂ ਦੇ ਵਿੱਚ ਡਿਫਰੈਂਸ ਪਤਾ ਹੋਣਾ ਚਾਹੀਦਾ ਇੱਕ ਹੁੰਦਾ ਰੈਵਨਿਊ ਡੈਫਿਸਿਟ ਤੇ ਦੂਸਰਾ ਹੁੰਦਾ ਸਾਡਾ ਫਿਸਕਲ ਡੈਫਿਸਿਟ ਫॉर एग्जांपल ਲੈ ਲੈਂਦੇ ਆ ਕਿ ਰੈਵਨਿਊ ਡੈਫਿਸਿਟ ਕਿਵੇਂ ਦਾ ਹੁੰਦਾ ਰੈਵਨਿਊ ਡੈਫਿਸਿਟ ਹੁੰਦਾ ਹੈ ਕਿ ਮੈਂ ਐਸਟੀਮੇਟ ਕੀਤਾ ਮੈਂ ਆਪਣਾ ਆਈਡੀਆ ਲਗਾ ਲਿਆ ਕਿ ਸਾਨੂੰ ਕੀ ਮਿਲਣਾ ਇੰਨੀ ਮੈਨੂੰ ਪੇ ਮਿਲੇਗੀ ਠੀਕ ਹੈ ਜਾਂ ਫਿਰ ਕੋਈ ਬਿਜ਼ਨਸਮੈਨ ਹੈ ਉਹ ਕੀ ਕਰ ਰਿਹਾ ਕਿ ਇੱਕ ਆਈਡੀਆ ਲਗਾ ਰਿਹਾ ਕਿ ਹਾਂ ਮੈਨੂੰ ਇੱਥੋਂ 1 ਲੱਖ ਰੁਪਏ ਦੀ ਇਨਕਮ ਹੋ ਜਾਏਗੀ ਇਸ ਮੰਥ ਦੇ ਵਿੱਚ ਇੱਕ ਮੰਥ ਦੇ ਵਿੱਚ ਕੋਈ ਬਿਜ਼ਨਸਮੈਨ ਸੋਚ ਰਿਹਾ ਕਿ ਹਾਂ ਮੈਨੂੰ ਇੱਥੋਂ ਕਿੰਨੀ ਹੋ ਜਾਏਗੀ 1 ਲੱਖ ਦੀ ਇਨਕਮ ਹੋ ਜਾਏਗੀ ਜਦੋਂ ਮਹੀਨਾ ਗੁਜ਼ਰਦਾ ਜਾਂਦਾ ਹੈ ਜਦੋਂ ਉਸ ਨੂੰ ਪ੍ਰੋਫਿਟ ਹੁੰਦਾ ਹੈ ਜਾਂ ਉਹਦੀ ਇਨਕਮ ਆਉਂਦੀ ਹੈ ਤਾਂ ਉਹਦੀ ਇਨਕਮ ਰਹਿ ਜਾਂਦੀ ਹੈ ਜੀ 95000 ਠੀਕ ਹੈ ਜੀ ਮਤਲਬ ਕਿ ਜੋ 5000 ਹੈ ਉਹਦਾ ਉਹਨੂੰ ਕੀ ਰਹਿ ਗਿਆ ਘਾਟਾ ਰਹਿ ਗਿਆ ਉਹ ਕੀ ਹੋ ਗਿਆ ਜੀ ਉਹ ਹੋ ਗਿਆ ਸਾਡਾ ਰੈਵਨਿਊ ਡੈਫਿਸਿਟ ਇਸ ਨੂੰ ਯਾਦ ਕਰਨਾ ਦੇਖੋ ਹਰ ਇੱਕ ਬੰਦੇ ਦੇ ਵਿੱਚ ਅਲੱਗ-ਅਲੱਗ ਹੁੰਦੀ ਹੈ ਕੋਈ ਲੌਜੀਕਲ ਮਾਈਂਡ ਕੋਈ ਕ੍ਰੈਮਿੰਗ ਪਾਵਰ ਸੋ ਇਸ ਨੂੰ ਕਿਸੇ ਟ੍ਰਿਕ ਨਾਲ ਯਾਦ ਰੱਖਣਾ ਉਵੇਂ ਯਾਦ ਰੱਖ ਲਓ ਬਿਕਾਜ਼ ਤੁਸੀਂ ਜਸਟ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਕਹਿੰਦੇ ਰਵਾ ਤਾਂ ਉਸ ਬਿਜ਼ਨਸਮੈਨ ਨੂੰ ਜਿਹੜਾ ਲੱਖ ਰੁਪਇਆ ਸੋਚਦਾ ਸੀ ਬਟ 95000 ਉਹਨੂੰ ਇਨਕਮ ਹੋਈ ਹੈ ਉਹ ਤਾਂ ਲੱਖ ਰੁਪਏ ਦੇ ਅਕੋਰਡਿੰਗ ਆਪਣੀ ਚੀਜ਼ਾਂ ਨੂੰ ਚਲਾਈ ਜਾ ਰਿਹਾ ਮੈਂ ਇਹ ਵੀ ਲਊਂਗਾ ਮੈਂ ਇਹ ਵੀ ਲਊਂਗਾ ਤਾਂ ਉਹਨੂੰ ਰਵਾਨ ਤੋਂ ਮਤਲਬ ਰੈਵਨਿਊ ਡੈਫਿਸਿਟ ਦਾ ਮਤਲਬ ਕੀ ਹੋਇਆ ਕਿ ਜਿੰਨਾ ਅਸੀਂ ਐਕਸਪੈਕਟ ਕੀਤਾ ਸੀ ਉਹ ਤੋਂ ਕਮੀ ਰਹਿ ਜਾਣੀ ਠੀਕ ਹੈ ਜੀ ਇਹ ਹੋ ਗਿਆ ਸਾਡਾ ਰੈਵਨਿਊ ਡੈਫਿਸਿਟ ਸੈਕਿੰਡ ਹੁੰਦਾ ਸਾਡਾ ਫਿਸਕਲ ਡੈਫਿਸਿਟ ਹੁਣ ਫਿਸਕਲ ਡੈਫਿਸਿਟ ਕੀ ਹੈ ਕਿ ਲਾਲਸਾ ਸਾਡੇ ਅੰਦਰ ਜ਼ਿਆਦਾ ਦੀ ਹੈ ਬਟ ਪੈਸੇ ਸਾਡੇ ਜੇਬ ਦੇ ਵਿੱਚ ਥੋੜੇ ਨੇ ਠੀਕ ਹੈ ਜੀ ਡਰੈਸ ਮੈਂ 20000 ਦੀ ਪਰਚੇਸ ਕਰਨਾ ਚਾਹੁੰਦੀ ਹਾਂ ਬਟ ਪੈਸੇ ਮੇਰੇ ਕੋਲ ਸਿਰਫ 15000 ਨੇ ਤਾਂ ਕਹਿਣ ਦਾ ਭਾਵ ਇਸ ਡੈਫਿਸਿਟ ਨੂੰ ਕੀ ਕਿਹਾ ਜਾਂਦਾ ਫਿਸਕਲ ਡੈਫਿਸਿਟ ਕਿਹਾ ਜਾਂਦਾ ਸੋ ਸਿੰਪਲ ਵਰਡਸ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਨੀ ਹੈ ਫਿਸਕਲ ਡੈਫਿਸਿਟ ਕੀ ਹੈ ਜਾਂ ਫਿਰ ਰੈਵਨਿਊ ਡੈਫਿਸਿਟ ਕੀ ਹੈ ਜਾਂ ਫਿਰ ਡੈਫਿਸਿਟ ਕੀ ਹੈ ਸਰਪਲਸ ਕੀ ਹੁੰਦਾ ਹੈ ਸਾਡੀ ਇਨਕਮ ਦੇ ਵਿੱਚ ਵਾਧਾ ਹੋ ਜਾਣਾ ਨਾਓ ਆਪਾਂ ਗੱਲ ਕਰਦੇ ਹਾਂ ਦੋ ਵਰਡਸ ਹੋਰ ਨੇ ਇੱਕ ਰੈਵਨਿਊ ਐਕਸਪੈਂਡੀਚਰ ਹੋ ਗਿਆ ਤੇ ਇੱਕ ਕੈਪੀਟਲ ਐਕਸਪੈਂਡੀਚਰ ਹੋ ਗਿਆ ਹੁਣ ਰੈਵਨਿਊ ਐਕਸਪੈਂਡੀਚਰ ਕੀ ਹੁੰਦਾ ਹੈ ਇਹ ਵੀ ਪਤਾ ਹੋਣਾ ਚਾਹੀਦਾ ਹੈ ਰੈਵਨਿਊ ਐਕਸਪੈਂਡੀਚਰ ਹੁੰਦਾ ਹੈ ਕਿ ਉਹ ਖਰਚਾ ਸਰਕਾਰ ਦਾ ਉਹ ਖਰਚਾ ਲਗਾਉਣਾ ਜੋ ਸਿਰਫ ਸਾਡੀ ਸਟੇਟ ਜਾਂ ਸਾਡੇ ਕੰਟਰੀ ਨੂੰ ਮੇਨਟੇਨ ਕਰ ਸਕੇ ਠੀਕ ਹੈ ਜਿਵੇਂ ਮੇਨਟੇਨੈਂਸ ਸਾਡੀ ਸਟੇਟ ਦੀ ਅਗਰ ਆਪਾਂ ਸਟੇਟ ਦੇ ਬਜਟ ਦੀ ਗੱਲ ਕਰਦੇ ਤਾਂ ਆਪਾਂ ਸਟੇਟ ਦੇ ਬਜਟ ਨੂੰ ਹੀ ਲੈ ਕੇ ਚੱਲਦੇ ਹਾਂ ਕਿ ਅਗਰ ਸਾਡੇ ਬਜਟ ਦੇ ਵਿੱਚ ਕਿਸੇ ਰੈਵਨਿਊ ਐਕਸਪੈਂਡੀਚਰ ਦੀ ਗੱਲ ਕੀਤੀ ਗਈ ਹੈ ਤਾਂ ਉਹਦਾ ਮਤਲਬ ਕੀ ਹੈ ਕਿ ਉਹ ਪੈਸਾ ਲਗਾਉਣਾ ਜੋ ਸਾਡੀ ਸਟੇਟ ਦੀ ਮੇਨਟੇਨੈਂਸ ਦੇ ਲਈ ਲੱਗ ਰਿਹਾ ਜਿਵੇਂ ਸਪੋਜ਼ ਕਰੋ ਫॉर ਇੰਸਟੈਂਸ ਆਪਾਂ ਲੈ ਲੈਂਦੇ ਹਾਂ ਕਿ ਸਾਡੀ ਰੋਡ ਦੀ ਕੰਸਟਰਕਸ਼ਨ ਕਰਵਾਉਣੀ ਠੀਕ ਹੈ ਜੀ ਜਾਂ ਫਿਰ ਹੋਰ ਕਿਸੇ ਤਰੀਕੇ ਦੀ ਮੁਰੰਮਤ ਕਰਵਾਉਣੀ ਠੀਕ ਹੈ ਕੋਈ ਟੁੱਟਿਆ ਭੱਜਿਆ ਸਮਾਨ ਉਹਦੀ ਮੁਰੰਮਤ ਕਰਵਾਉਣੀ ਸਾਡੀ ਕੰਟਰੀ ਦੇ ਵਿੱਚ ਮੇਨਟੇਨ ਕਰਨਾ ਸਾਡੀ ਮੇਨਟੇਨੈਂਸ ਕਰਨੀ ਸਾਡੇ ਕੋਈ ਰੇਲਵੇ ਲਾਈਨ ਨੂੰ ਠੀਕ ਕਰਵਾਉਣਾ ਰੋਡ ਦੀ ਕੰਸਟਰਕਸ਼ਨ ਕਰਵਾਉਣੀ ਇਸ ਤਰੀਕੇ ਦੀਆਂ ਜੋ ਇਨਵੈਸਟਮੈਂਟਸ ਹੁੰਦੀਆਂ ਨੇ ਸਾਡੀ ਕੰਟਰੀ ਦੇ ਵਿੱਚ ਉਹਨਾਂ ਨੂੰ ਕਿਹਾ ਜਾਂਦਾ ਹੈ ਰੈਵਨਿਊ ਐਕਸਪੈਂਡੀਚਰ ਨਾਓ ਸੈਕਿੰਡ ਗੱਲ ਮੈਂ ਕੀਤੀ ਕੈਪੀਟਲ ਐਕਸਪੈਂਡੀਚਰ ਦੀ ਕਿ ਕੈਪੀਟਲ ਐਕਸਪੈਂਡੀਚਰ ਕੀ ਹੁੰਦਾ ਹੈ ਕੈਪੀਟਲ ਐਕਸਪੈਂਡੀਚਰ ਹੁੰਦਾ ਹੈ ਕਿ ਉੱਥੇ ਪੈਸਾ ਲਗਾਉਣਾ ਸਰਕਾਰ ਦੇ ਦੁਆਰਾ ਜਿੱਥੋਂ ਮੁੜ ਕੇ ਉਹਨੂੰ ਪੈਸਾ ਆਵੇ ਮਤਲਬ ਇਨਕਮ ਆਵੇ ਇੱਕ ਤਰੀਕੇ ਦੀ ਇਨਵੈਸਟਮੈਂਟ ਕਰਨੀ ਤੇ ਵਾਪਿਸ ਉਹਦੇ ਕੋਲ ਪੈਸਾ ਆਵੇ ਉਸ ਨੂੰ ਕਿਹਾ ਜਾਂਦਾ ਹੈ ਸਾਡੀ ਕੈਪੀਟਲ ਐਕਸਪੈਂਡੀਚਰ ਸੋ ਇਹ ਟਰਮ ਸੀ ਜੋ ਮੈਂ ਪਹਿਲਾਂ ਦੱਸਣਾ ਚਾਹੁੰਦੀ ਸੀ ਜੋ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਨੇ ਮੈਂ ਇਹ ਵੀ ਦੱਸ ਚੁੱਕੀ ਹਾਂ ਕਿ ਕਿਸ ਤਰੀਕੇ ਦੇ ਨਾਲ ਕੁਐਸਚਨ ਐਗਜ਼ਾਮ ਦੇ ਵਿੱਚ ਫਾਰਮ ਹੋ ਸਕਦੇ ਨੇ ਫਾਰਮ ਕਿਵੇਂ ਦੇ ਹੋਣਗੇ ਕਿਸ ਆਰਟੀਕਲ ਦੇ ਵਿੱਚ ਗੱਲ ਕੀਤੀ ਜਾਂਦੀ ਹੈ ਆਰਟੀਕਲ ਸਟੇਟ ਦੀ ਗੱਲ ਕਰੀਏ ਤਾਂ ਆਰਟੀਕਲ ਹੈਗਾ ਬਜਟ ਦਾ ਫਾਈਨੈਂਸ਼ੀਅਲ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਹੈ ਅੰਡਰ ਆਰਟੀਕਲ 202 ਕੌਣ ਪੇਸ਼ ਕਰਦਾ ਹੈ ਫਾਈਨਾਂਸ ਮਿਨਿਸਟਰ ਕਰਦਾ ਹੈ ਪੰਜਾਬ ਦਾ ਫਾਈਨਾਂਸ ਮਿਨਿਸਟਰ ਕੌਣ ਹੈ ਹਰਪਾਲ ਸਿੰਘ ਚੀਮਾ ਜੀ ਨੇ ਠੀਕ ਹੈ ਜੀ ਇਹਨਾਂ ਦੇ ਦੁਆਰਾ ਕੀ ਕੀਤਾ ਗਿਆ ਬਜਟ ਪੇਸ਼ ਕੀਤਾ ਗਿਆ ਸੋ ਇਸ ਤੋਂ ਇਲਾਵਾ ਬਜਟ ਨੂੰ ਬਣਾਉਂਦਾ ਕੌਣ ਹੈ ਠੀਕ ਹੈ ਇਕਨੋਮਿਕ ਅਫੇਅਰਸ ਕਿਹੜਾ ਡਿਪਾਰਟਮੈਂਟ ਫਾਰਮ ਕਰਦਾ ਹੈ ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰ ਦੇ ਦੁਆਰਾ ਕੀ ਕੀਤਾ ਜਾਂਦਾ ਪੇਸ਼ ਕੀਤਾ ਜਾਂਦਾ ਹੁਣ ਆਪਾਂ ਗੱਲ ਕਰਾਂਗੇ ਮੈਂ ਨਾਲ ਦੀ ਨਾਲ ਜਿਵੇਂ ਜਿਵੇਂ ਤੁਹਾਨੂੰ ਕਰਵਾਉਂਦੀ ਜਾਵਾਂਗੀ ਉਸੇ ਤਰੀਕੇ ਦੇ ਨਾਲ ਤੁਹਾਨੂੰ ਇਹ ਵੀ ਦੱਸ ਜਾਵਾਂਗੀ ਕਿ ਕਿਸ ਚੀਜ਼ ਦੇ ਵਿੱਚੋਂ ਐਗਜ਼ਾਮ ਓਰੀਐਂਟਡ ਕੁਐਸਚਨ ਬਣਨ ਦੇ ਪੂਰੇ ਚਾਂਸ ਨੇ
ਸੋ ਲੈਟ ਸਟਾਰਟ ਆਪਾਂ ਅੱਜ ਦਾ ਜੋ ਆਪਣਾ ਟੌਪਿਕ ਹੈ ਉਸਨੂੰ ਸਟਾਰਟ ਕਰਦੇ ਹਾਂ। ਮੈਂ ਸਾਰੀਆਂ ਚੀਜ਼ਾਂ ਦੀ ਡੈਫੀਨੇਸ਼ਨਸ ਆਲਰੇਡੀ ਦੇ ਚੁੱਕੀ ਹਾਂ। ਆਈ ਡੋਂਟ ਥਿੰਕ ਸੋ ਜਦੋਂ ਮੈਂ ਉਹਨਾਂ ਵਰਡਸ ਨੂੰ ਜਾਂ ਉਹਨਾਂ ਜੋ ਮੈਂ ਤੁਹਾਨੂੰ ਜਿੰਨਾ ਚੀਜ਼ਾਂ ਦੀ ਮੈਂ ਤੁਹਾਨੂੰ ਡੈਫੀਨੇਸ਼ਨਸ ਦਿੱਤੀਆਂ, ਜਦੋਂ ਉਹਨਾਂ ਵਰਡਸ ਨੂੰ ਹੁਣ ਮੈਂ ਯੂਜ਼ ਕਰਾਂਗੀ ਤੁਹਾਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਆਏਗੀ। ਸਭ ਤੋਂ ਪਹਿਲਾਂ ਕਿਹਾ ਸੌਰੀ ਇੱਕ ਹੋਰ ਮੈਂ ਦੋ ਵਰਡਸ ਦੀ ਡੈਫੀਨੇਸ਼ਨ ਦੇਣੀ ਸੀ। ਜੀਐਸਟੀ ਸੌਰੀ ਆਪਾਂ ਗੱਲ ਕਰਦੇ ਹਾਂ ਗ੍ਰੋਸ ਡੋਮੈਸਟਿਕ ਪ੍ਰੋਡਕਟਸ। ठीक है जी, इत्थे लिखा होया जीडीपी। ठीक है, जीडीपी जो वर्ड है यह बहुत बार सुनिया होएगा जदों तुसी करंट अफेयर्स करते हो कि इंडिया की जीडीपी इन्नी होगी, इन्नी घट गई जां वध गई। ठीक है, जीडीपी का मतलब की हुंदा है ग्रॉस डोमैस्टिक प्रोडक्ट। ठीक है, हुण पहली गल मैं जीएसडीपी की फुल फॉर्म बाद दे विच दसांगी कि यह की लिखा होया। पहला तुहानूं पता होना चाहिए कि जीडीपी का मतलब की है। ग्रॉस डोमैस्टिक प्रोडक्ट की डेफिनेशन की है। ग्रॉस डोमैस्टिक प्रोडक्ट का मतलब हुंदा है किसी एक फिक्स बाउंड्री दे विचों, अगर जीडीपी की गल कर रही हैं तो पूरी कंट्री की गल कर रही हाँ कि एक फिक्स एक कोई कंट्री है जिहदी एक फिक्स्ड बाउंड्री है कि इन्नी की ही साडी इंडिया है, तो इस फिक्स्ड बाउंड्री दे विचों उहनूं डिफरेंट फील्ड्स दे विचों जिन्नी भी इनकम हुंदी है उसनूं कहा जाता है कि उस कंट्री की ग्रॉस डोमैस्टिक प्रोडक्ट कहा जाता है। अगर वर्ड जीडीपी दे विच वर्ड यूज हो गया, अल्फाबैट लाता उन्होंने एस, तो उहदा मतलब की हो गया ग्रॉस स्टेट डोमैस्टिक प्रोडक्ट कि किसी स्टेट की एक फिक्स्ड बाउंड्री है। जिवें पंजाब की एक फिक्स्ड बाउंड्री है तो पंजाब की उस फिक्स बाउंड्री दे विचों पंजाब नूं कितनी इनकम हुई है डिफरेंट फील्ड्स दे विचों, किसी स्कूल दे विचों हो गया, किसी फैक्ट्रीज दे विचों हो गया, वटएवर जिथों जिथों इनकम हो रही है सिर्फ पंजाब की बाउंड्री दे विचों ही, उसनूं की कहा जाएगा ग्रॉस स्टेट डोमैस्टिक प्रोडक्ट कहा जाता है। ठीक है, होपफुली क्लीयर होएगा। सो सब तो पहला मैं दसांगी कि करंट इकनॉमिक प्रोफाइल कि साडी अगर सब तो पहला किहदी गल कीती जाती है, हरपाल सिंह चीमा जो फाइनांस मिनिस्टर ने जदों उन्होंने बजट पेश किया था उन्होंने सब कुछ डिटेल दे विच दसणगे। सो आपां पढ़ते हैं कि अपने एग्जाम पॉइंट ऑफ व्यू नाल की चीज़ां इंपॉर्टेंट ने। सब तो पहला मैं गल कीती कि साडा करंट इकनॉमिक प्रोफाइल किवें दी है, साडी स्टेट दी साडे राज दी करंट जो इकनॉमिक प्रोफाइल है वो किस तरीके दी है। तो सब जे असीं करंट प्रोफाइल देखनी है साडी स्टेट दी तो सब तो पहला गल करांगे ग्रॉस स्टेट डोमैस्टिक प्रोडक्ट दी कि साडी एक स्टेट दे विचों साडी जो स्टेट दी फिक्स बाउंड्री है उस दे विचों सानू कितनी इनकम हुई है। जां देखो मैं तुहानू कहा कि जो साडा बजट है उसनूं 2 ईयर्स नूं की करके किया जाता है, कंबाइन करके बनाया जाता है। एक क्लोजिंग ईयर जो सानू मिल चुका है तो एक जिहड़ा करंट जिहड़ा चलना ईयर है, ठीक है, आउण वाला साल है जो सानू मिल सकता है। तो असीं दोनों तरीके दे जीएसटीपी की गल करांगे कि किन्ना सानू इनकम हुई है। करंट प्रोफाइल की गल की जाए तो उन्होंने दस्सिया कि साडी जिहड़ी एस्टीमेट जो पंजाब की इनकम हुई है वो कितनी हुई है 6,38,023 रुपए। ठीक है, करोड़ 6,38,023 करोड़ है जो सानू की हुई है साडी जीएसटीपी है। साडी ग्रॉस स्टेट डोमैस्टिक प्रोडक्ट कितना है साडा, किन्नी सानू एक फिक्स बाउंड्री दे विचों इनकम हुई है वो किन्नी है साडी 6,38,023 करोड़ रुपया। ते एस्टीमेट किन्ना लगाया ये किहड़े साल दी है, ये 21-22 दी है। ते आउण वाले टाइम दे लई, ठीक है जी, जो 23-24 दे लई है फाइनैंशियल ईयर किहदे लई बजट बना रहा सी 23-24 दे लई बना रहा, तो उस साल दे विच सानू किन्नी मिल सकती है साडी जीएसटीपी, ये पूछा जा सकता है एग्जाम दे विच, तो मिल सकती है 6,98,000 करोड़। ठीक है जी, मोटा मोटा ही क्वेश्चन एग्जाम दे विच आ सकता है। ठीक है जी, ये भी पूछा जा सकता है किन्ना इनक्रीज होया पिछले साल नालों, तो ये होया 9.24% इनक्रीज होया। सो हुण आपां देखांगे इथों हो सकता है एग्जामिनर क्वेश्चन चके चाहे ना चके, बट सैकेंड क्वेश्चन जरूर चक्या जा सकता है कि सब तो ज़्यादा सानू जीएसटीपी दे विच कंट्रीब्यूशन कित्थों मिले। कहने का भाव सानू सब तो ज़्यादा किस सैक्टर दे विचों पैसा मिले, इनकम मिली है। जीएसटीपी का जिन्ना पैसा लिखा है उहदे विचों सब तो ज़्यादा सानू कित्थों मिले, तो आंसर होएगा सर्विस सैक्टर तो। ठीक है जी, यह एग्जाम दे विच आने वाला क्वेश्चन है कि किहड़े सैक्टर दे विचों सब तो ज़्यादा कंट्रीब्यूशन मिले है, तो सानू मिले साडे सर्विस सैक्टर तो कितना मिले 45.9
45.91%, ठीक है 45 अप्रोक्सीमेटली याद रखो 45.91% सानू सर्विस सैक्टर तो मिले है, एग्रीकल्चर सैक्टर तो सानू 28% मिले है ते सानू इंडस्ट्री सैक्टर तो 25.15% मिले है। तो एग्जामिनर दा क्वेश्चन की होएगा कि सब तो ज़्यादा कंट्रीब्यूशन किस सैक्टर ने दिता है साडी जीएसटीपी दे विच, तो आंसर होएगा तुहाडा कि सर्विस सैक्टर दे विचों सब तो ज़्यादा मिले। हुण नैक्सट एग्जाम दे विच आउण वाला क्वेश्चन की हो सकता है कि इस बार जिहड़ा टोटल बजट पेश किया गया वो किन्ने रुपयां दा किया गया, ठीक है किन्नी अमाउंट का टोटल बजट पेश किया गया है, तो बहुत इंपॉर्टेंट है 1,96,462 करोड़ का, ठीक है जी 1,96,462 करोड़ का। हुण एग्जामिनर हो सकता है अमाउंट पूछे चाहे ना पूछे, बट ये जरूर पूछेगा कि पिछले साल नालों इस साल दे विच कितना वाधा किया गया, ठीक है जी पिछले साल नालों इस साल दे विच 26% ग्रोथ हुई है साडे टोटल बजट दे विच, ठीक है जी ये भी याद रखना किन्ना 1,96,262 करोड़ है, ठीक है किन्ने परसेंटेज किन्ने प्रतिशत वाधा होया पिछले बजट नालों, तो 26% की होया वाधा होया। हुण मैं दो स्टेट दो चीज़ों की तुहानूं डेफिनेशन दित्ती सी कि साडा रेवेन्यू डेफिसिट कितना है ते साडा फिस्कल डेफिसिट कितना रहा, ये भी तुहानूं पता होना चाहिए। साडा रेवेन्यू डेफिसिट है जी 3.32% ते साडा फिस्कल डेफिसिट है 4.98%, ये भी तुहानूं पता होना चाहिए। रेवेन्यू डेफिसिट 3.32% एंड फिस्कल डेफिसिट है 4.98%। फिस्कल नूं याद रख सकते हो कि मैं ड्रैस खरीदनी सी बट ड्रैस 20,000 दी मेरे को 15,000 है, 20,000 की ड्रैस है पर मेरे को 15,000 है, बट मेरा की हो गया बट हुण मेरे को केड़ा डेफिसिट चल रहा है, मेरे को फिस्कल डेफिसिट चल रहा है, दैट मीनस मैं फिसल गई, ठीक है तो इस तरीके ना कुछ याद रखने की कोशिश कर लियो। नैक्सट गल कीती है कहंदे हुण मैं एक होर दो वर्ड्स दी स्टेट डेफिनेशन दित्ती सी, एक हुंदा रेवेन्यू एक्सपेंडिचर, एक हुंदा साडा कैपिटल एक्सपेंडिचर। रेवेन्यू एक्सपेंडिचर मतलब साडी स्टेट नूं मेनटेन करन दे लई, ठीक है साडी स्टेट नूं मेनटेन करन दे लई किन्ने खर्चे दा भुगतान दिता गया, तो दिता गया जी 1,23,441 करोड़ का, जो कि पिछले साल नालों 14% वध होया। ते कैपिटल एक्सपेंडिचर की गल करिए, कैपिटल एक्सपेंडिचर कि उन्हां चीज़ों के उत्ते कितनी इन्वेस्टमेंट की जाएगी सरकार वालों जिस तो उसनूं की आना है वापिस प्रॉफिट आना है, तो उसके उत्ते की गई है जी 11,782 करोड़ रुपया, ठीक है जी कितना परसेंट इनक्रीज है पिछले साल नालों 22%, ठीक है जी किन्ने परसेंट 22%। तो ये सीधे सीधे क्वेश्चन आने वाले ने तो इन्हों ध्यान दे विच रखना है। हुण अगे गल करांगे, देखो ये तो टोटल बजट तो आपां देख लिया कि टोटल बजट कितना होएगा, टोटल बजट असीं देख लिया 1,96,262 करोड़ का टोटल बजट पेश किया गया। यह टोटल बजट अगे वंडिया गया डिफरेंट सैक्टर्स दे विच, ठीक है अगर एग्जाम के क्वेश्चन ये भी पूछा जा सकता है कि सब तो ज़्यादा फोकस्ड किहड़े सैक्टर रखे गए हैं, तो आंसर होएगा एग्रीकल्चर एंड अलाइड सैक्टर, हैल्थ सैक्टर ते एजुकेशन सैक्टर। ये भी एग्जाम पॉइंट ऑफ व्यू नाल इंपॉर्टेंट है। मैं पहला ही दस देनी है सैक्टर्स नूं स्टार्ट करन तो पहला कि किहड़े सैक्टर नूं कित्थे कित्थे दिता गया। एग्जाम पॉइंट ऑफ व्यू नाल इंपॉर्टेंट होएगा कि किहड़े सैक्टर्स नूं फोकस रखा गया, तो आंसर होएगा एग्रीकल्चर, एजुकेशन ते तीसरा साडा किहड़ा होएगा हैल्थ सैक्टर नूं। तीन सैक्टर नूं फोकस दे विच रख के की कीता गया, इन्वेस्टमेंट की गई है। सब तो पहला आपां गल करते हैं एग्रीकल्चर ते फार्मर वैलफेयर नूं कितना पैसा दिता गया सरकार वालों इस बजट दे विचों, ठीक है जी। अगर एग्रीकल्चर की गल करिए तो एग्रीकल्चर के उत्ते 13,888 करोड़ रुपया 2023 ते 2000 तो लैके 2024 फाइनैंशियल ईयर के लिए दिता गया। ये भी एग्जाम पॉइंट ऑफ व्यू नाल इंपॉर्टेंट है क्योंकि ये फोकस्ड साडे एरियाज ने जिन्होंने फोकस दे विच रख के बजट बनाया गया। तो एग्रीकल्चर के उत्ते कितना दिता गया 13,888 करोड़ रुपया दिता गया, जो कि पिछले साल नालों 20% वाधे दे विच आया। इस तो इलावा हुण दी सरकार ये भी चाहती है कि सानू पता है कि साडी जिहड़ी जमीन दे पानी दा लैवल है वो की हुंदा जांदा है, घटदा जांदा है। ते इस तो इलावा साडी जमीनां दी फर्टिलिटी उपजाऊ शक्ति भी घटदी जा रही है। उहदे पिछे रीजन की है, पंजाब दी गल कर रही है, इहदे पिछे रीजन की है, रीजन यही है पानी दा लैवल नीचे जाण दा ते फर्टिलिटी घटन दा। क्योंकि मोस्टली तुसी यही सुनते होवोगे कि असी गर्मियां च लगा लैंदे आ झोना, राइस पैडी लगा लैंदे आ ते सर्दियां दे विच असीं वीट कणक लगा लैंदे आ।
ਇਹੀ ਸਰਕਲ ਮੇਨਲੀ ਕੀ ਕਰਦਾ, ਘੁੰਮਦਾ ਰਹਿੰਦਾ। ਤਾਂ ਸਰਕਾਰ ਚਾਹੁੰਦੀ ਹੈ ਕਿ ਸਾਡੇ ਪਾਣੀ ਦਾ ਲੈਵਲ ਜ਼ਿਆਦਾ ਨੀਚੇ ਵੀ ਨਾ ਜਾਵੇ, ਤੇ ਇਸ ਤੋਂ ਇਲਾਵਾ ਜਿਹੜੀ ਫਰਟੀਲਿਟੀ ਹੈ, ਉਪਜਾਊ ਸ਼ਕਤੀ ਹੈ, ਸਭ ਨੂੰ ਪਤਾ ਹੈ ਕਿ ਉਪਜਾਊ ਸ਼ਕਤੀ ਇੱਕ ਹੀ ਅਗਰ ਪ੍ਰੋਟੀਨ ਖनिज ਵਗੈਰਾ ਇੱਕ ਤਰੀਕੇ ਦੇ ਹੀ ਅਗਰ ਨਿਕਲਦੇ ਗਏ ਜ਼ਮੀਨ ਚੋਂ ਤਾਂ ਉਹ ਅਨਫਰਟਾਈਲ ਹੋ ਜਾਏਗੀ। ਸੋ ਇਸ ਦੇ ਲਈ ਉਹ ਚਾਹੁੰਦੀ ਹੈ, ਸਰਕਾਰ ਚਾਹੁੰਦੀ ਹੈ ਕਿ ਡਿਫਰੈਂਟ ਫਸਲਾਂ ਨੂੰ ਤਰਜੀਹ ਦਿੱਤੀ ਜਾਵੇ, ਡਿਫਰੈਂਟ ਫਸਲਾਂ ਉਗਾਈਆਂ ਜਾਣ, ਜਿਸ ਦੇ ਲਈ ਉਹਨਾਂ ਨੇ ਕੀ ਕੀਤਾ, ਕਾਟਨ ਦੇ ਬੀਜਾਂ ਦੇ ਪਿੱਛੇ 33% ਸਬਸਿਡੀ ਦੇਣ, ਕਿੰਨਾ 33% ਸਬਸਿਡੀ ਦਿੱਤੀ ਜਾਏਗੀ, ਜਿਸ ਦੇ ਲਈ ਬਜਟ ਦੇ ਵਿੱਚ 1000 ਕਰੋੜ ਰੁਪਇਆ ਰੱਖਿਆ ਗਿਆ। ਠੀਕ ਹੈ ਜੀ, 33% ਸਬਸਿਡੀ ਔਨ ਕਾਟਨ ਸੀਡਸ ਐਂਡ ਟਰੈਕ ਐਂਡ ਟ੍ਰੇਸ ਮੈਕੈਨਿਜ਼ਮ ਫॉर द ensuring only quality seeds for the farmer. I propose an initial allocation of 1000 crore for the special scheme on the diversification financial year 2023 to 2024. So 33% ਸਬਸਿਡੀ ਦਿੱਤੀ ਜਾਏਗੀ ਕਿਸ ਦੇ, ਕਪਾਹ ਦੇ ਬੀਜਾਂ ਦੇ ਉੱਤੇ, ਜਿਸ ਦੇ ਲਈ 1000 ਕਰੋੜ ਰੁਪਇਆ ਰੱਖਿਆ ਗਿਆ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ, ਇਹ ਤਾਂ ਸਭ ਨੂੰ ਹੀ ਪਤਾ ਹੋਏਗਾ, ਜਿੰਨੇ ਵੀ ਪੰਜਾਬ ਤੋਂ ਬਿਲੋਂਗ ਕਰਦੇ ਨੇ ਸਭ ਨੂੰ ਹੀ ਪਤਾ ਹੈ ਕਿ ਸਰਕਾਰ ਨੇ ਫਾਈਨ ਵੀ ਲਗਾਉਣਾ ਸਟਾਰਟ ਕੀਤਾ ਹੈ ਤਾਂ ਜੋ ਇਨਵਾਇਰਨਮੈਂਟ ਨੂੰ ਬਚਾਇਆ ਜਾ ਸਕੇ, ਕਿਸ ਦੇ ਉੱਤੇ ਕਿ ਜਿਹੜੀ ਕਟਿੰਗ ਹਾਰਵੈਸਟਿੰਗ ਕਰਨ ਤੋਂ ਬਾਅਦ, ਫਸਲਾਂ ਕੱਟਣ ਤੋਂ ਬਾਅਦ ਜਿਹੜੀ ਪਰਾਲੀ ਬਚਦੀ ਹੈ ਉਸ ਦੇ ਉੱਤੇ ਅੱਗ ਨਾ ਲਗਾਈ ਜਾਵੇ, ਜਿਸ ਦੇ ਲਈ ਜੋ ਫਾਰਮਰਸ ਨੇ ਉਹਨਾਂ ਨੂੰ ਕੁਝ ਇਨਸੈਂਟਿਵਸ ਦਿੱਤੇ ਜਾਣਗੇ। ਤਾਂ ਕਿੰਨਾ ਲਿਖਿਆ, ਕਹਿੰਦੇ ਡਿਊਰਿੰਗ ਕਰੰਟ ਈਅਰਸ 30,312 ਫਾਰਮਰ, ਕਹਿੰਦੇ ਇਸ ਸਾਲ ਦੇ ਵਿੱਚ 30,312 ਫਾਰਮਰਸ ਹੈਵ ਬੀਨ ਪ੍ਰੋਵਾਈਡਡ ਵਿਦ ਐਨ ਇਨਸੈਂਟਿਵ ਆਫ 1500 ਪਰ ਏਕੜ। ਠੀਕ ਹੈ, ਇੱਕ ਕਿੱਲੇ ਦੇ ਪਿੱਛੇ 1500 ਰੁਪਇਆ ਦਿੱਤਾ ਜਾਏਗਾ ਕਿਸਾਨਾਂ ਨੂੰ, ਤਾਂ ਜੋ ਉਹ ਕੀ ਕਰਨਾ, ਪਰਾਲੀ ਨੂੰ ਅੱਗ ਨਾ ਲਗਾਉਣ, ਉਸ ਪਰਾਲੀ ਨੂੰ ਟਰੈਕਟਰ ਦੇ ਨਾਲ ਵਾਹ ਕੇ, ਠੀਕ ਹੈ, ਉਸ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ, ਈਵਨ ਕਿ ਉਸ ਪਰਾਲੀ ਨੂੰ ਐਜ਼ ਅ ਖਾਦ ਯੂਜ਼ ਕਰ ਲਿੱਤੀ ਜਾਵੇ। ਠੀਕ ਹੈ, ਐਜ਼ ਅ ਖਾਦ ਯੂਜ਼ ਕੀਤਾ ਜਾਵੇ, ਉਸੇ ਜਿਸ ਤਰੀਕੇ ਦੇ ਨਾਲ ਪਰਾਲੀ ਦੇ ਮੁੱਢ ਨੇ ਉਸ ਨੂੰ ਵਾਹ ਦਿੱਤਾ ਜਾਵੇ ਤੇ ਉਸ ਦੇ ਵਿੱਚ ਅਗਲੀ ਫਸਲ ਲਗਾ ਦਿੱਤੀ ਜਾਵੇ। ਤੇ ਇਸ ਤੋਂ ਇਲਾਵਾ ਕਹਿੰਦੇ ਜੇਕਰ ਕੋਈ ਐਵੇਂ ਨਹੀਂ ਕਰਨਾ ਚਾਹੁੰਦਾ ਤਾਂ ਪਰਾਲੀ ਨੂੰ ਇਕੱਠਾ ਕਰਕੇ ਰੱਖ ਲੇ ਤਾਂ ਸਰਕਾਰ ਉੱਥੋਂ ਕੀ ਹੈ, ਪਰਾਲੀ ਨੂੰ ਆ ਕੇ ਲੈ ਜਾਏਗੀ, ਜਿਸ ਦੇ ਲਈ ਕਿੰਨੇ ਕਰੋੜ ਰੁਪਇਆ ਦਿੱਤਾ ਗਿਆ, 25 ਕਰੋੜ ਰੁਪਇਆ ਦਿੱਤਾ ਗਿਆ। ਇਸ ਤੋਂ ਇਲਾਵਾ ਇਹ ਵੀ ਦੇਖਿਆ ਗਿਆ ਕਿ ਆਮ ਆਦਮੀ ਪਾਰਟੀ ਦੇ ਕਹਿੰਦੇ ਅਸੀਂ ਇਹ ਚੀਜ਼ ਨੂੰ ਤਰਜੀਹ ਦਿੱਤੀ ਹੈ, ਇਹ ਚੀਜ਼ ਨੂੰ ਇੰਪਲੀਮੈਂਟ ਕੀਤਾ, ਜਿਸ ਦੇ ਵਿੱਚ ਦੇਖਿਆ ਗਿਆ ਕਿ ਅਪਰੋਕਸੀਮੇਟਲੀ 30% ਕੀ ਇਹ ਚੀਜ਼ ਘਟੀ ਹੈ। ਕਹਿੰਦੇ ਪੈਡੀ ਸਟ੍ਰॉ ਬਰਨਿੰਗ ਇਨਸੀਡੈਂਟ ਵਰ ਰਿਡਿਊਸਡ ਬਾਈ ਅਪਰੋਕਸੀਮੇਟਲੀ 30%, ਕਹਿੰਦੇ ਲਗਭਗ 30% ਕਮੀ ਆਈ ਹੈ। ਜਿਹੜੇ ਲੋਕ ਕੀ ਕਰਦੇ ਸੀ, ਇਹਨਾਂ ਜੋ ਸਾਡੀ ਪਿੱਛੇ ਪਰਾਲੀ ਬਚਦੀ ਸੀ ਉਸ ਨੂੰ ਅੱਗ ਲਗਾਉਂਦੇ ਸੀ, ਉਸ ਦੇ ਵਿੱਚ ਇਹਨਾਂ ਇਨਸੀਡੈਂਟ ਦੇ ਵਿੱਚ 30% ਕੀ ਦੇਖੀ ਗਈ ਹੈ, ਕਮੀ ਦੇਖੀ ਗਈ ਹੈ। ਇਸ ਤੋਂ ਇਲਾਵਾ ਕਹਿੰਦੇ ਹੁਣ ਦੇਖੋ ਬਾਕੀ ਫਸਲਾਂ ਮੈਂ ਜਿਵੇਂ ਦੱਸਿਆ ਕਿ ਸਿਰਫ ਝੋਨੇ, ਪੈਡੀ ਜਾਂ ਵੀਟ ਦੇ ਉੱਤੇ ਫੋਕਸ ਨਹੀਂ ਰੱਖਣਾ ਹੈਗਾ, ਇਸ ਦੇ ਲਈ ਅਲੱਗ-ਅਲੱਗ ਫਸਲਾਂ ਨੂੰ ਤਰਜੀਹ ਦੇ ਲਈ ਅਲੱਗ-ਅਲੱਗ ਬਜਟ ਦੇ ਵਿੱਚ ਚੀਜ਼ਾਂ ਰੱਖੀਆਂ ਗਈਆਂ। ਹਾਰਟੀਕਲਚਰ ਨੂੰ ਤਰਜੀਹ ਦਿੱਤੀ ਗਈ ਹੈ। ਠੀਕ ਹੈ ਜੀ, ਹਾਰਟੀਕਲਚਰ ਕੀ ਹੁੰਦਾ ਸਭ ਨੂੰ ਪਤਾ ਹੈ, ਫਰੂਟਸ ਦੀ ਖੇਤੀ ਕਰਨੀ। ਠੀਕ ਹੈ, ਤੁਸੀਂ ਦੇਖਿਆ ਵੀ ਹੋਏਗਾ ਅਗਰ ਰੋਡਸ ਤੋਂ ਨਿਕਲਦੇ ਹੋ ਤਾਂ ਇੱਕ ਛਤਰੀਆਂ ਵਾਂਗ ਲੱਗਦਾ ਹੁੰਦਾ ਕਿ ਬਹੁਤ ਸੋਹਣੇ ਅੰਦਰ ਵੈਜੀਟੇਬਲਸ ਵਗੈਰਾ ਜਾਂ ਫਿਰ ਤੁਹਾਡੇ ਫਰੂਟਸ ਵਗੈਰਾ ਲੱਗੇ ਹੁੰਦੇ ਨੇ। ਠੀਕ ਹੈ, ਉਹ ਹਾਰਟੀਕਲਚਰ ਹੁੰਦੇ ਨੇ। ਠੀਕ ਹੈ, ਇਸ ਦੇ ਲਈ ਤਾਂ ਜੋ ਲੋਕ ਹਾਰਟੀਕਲਚਰ ਦੀ ਖੇਤੀ ਨੂੰ ਅੱਛੇ ਤਰੀਕੇ ਦੇ ਨਾਲ ਕਰ ਸਕਣ ਜਾਂ ਫਿਰ ਉਸ ਵੱਲ ਵੀ ਵੱਧ ਸਕਣ, ਜਿਸ ਦੇ ਲਈ ਕੀ ਬਣਾਏ ਗਏ ਨੇ, 5 ਨਿਊ ਹਾਰਟੀਕਲਚਰ ਸਟੇਟ ਬਣਾਏ ਗਏ ਨੇ। ਐਗਜ਼ਾਮ ਬਣਾਏ ਜਾਣਗੇ, ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਹੈ ਕਿ ਕਿੱਥੇ ਕੀਤੇ ਜਾਣਗੇ, ਲੁਧਿਆਣਾ, ਗੁਰਦਾਸਪੁਰ, ਪਟਿਆਲਾ, ਬਠਿੰਡਾ ਐਂਡ ਫਰੀਦਕੋਟ, ਜਿਸ ਦੇ ਲਈ ਕਿੰਨਾ ਪੈਸਾ, 40 ਕਰੋੜ ਰੁਪਇਆ ਰੱਖਿਆ ਗਿਆ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਹੋ ਸਕਦਾ ਹੈ, ਦੇਖੋ ਇਹ ਇੱਕ ਯੋਜਨਾ ਚਲਾਈ ਗਈ ਹੈ, ਕਿਹੜੀ ਹੈ ਜੀ, ਇਹ ਯੋਜਨਾ ਹੈ ਸਾਡੀ ਭਵ ਅੰਤਰ ਭੁਗਤਾਨ ਯੋਜਨਾ। ਪਹਿਲਾ ਐਗਜ਼ਾਮੀਨਰ ਦਾ ਕੁਐਸਚਨ ਹੋਏਗਾ ਕਿ ਤੁਹਾਨੂੰ ਇਹ ਯੋਜਨਾ ਨਾ ਲਿਖੀ ਮਿਲ ਜੇਗੀ ਐਗਜ਼ਾਮ ਦੇ ਵਿੱਚ, ਤੇ ਤੁਹਾਨੂੰ ਪੁੱਛਿਆ ਜਾਏਗਾ ਕਿ ਕਿਹੜੀ ਸਟੇਟ ਦੇ ਵਿੱਚ ਚਲਾਈ ਗਈ ਹੈ। ਹਰਿਆਣਾ, ਯੂਪੀ ਐਂਡ ਆਲ ਡਿਫਰੈਂਟ ਸਟੇਟਸ ਦੇ ਨਾਮ ਦੇਖਣ ਨੂੰ ਮਿਲਣਗੇ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੀ ਭਾਵ ਅੰਤਰ ਭੁਗਤਾਨ ਯੋਜਨਾ ਹੈ ਉਸ ਨੂੰ ਚਲਾਇਆ ਗਿਆ ਪੰਜਾਬ ਦੇ ਵਿੱਚ। ਠੀਕ ਹੈ, ਪੰਜਾਬ ਦੇ ਵਿੱਚ ਚਲਾਇਆ ਗਿਆ। ਅਗਰ ਘਾਟਾ ਪੈ ਰਿਹਾ ਫਾਰਮਰਸ ਨੂੰ ਹਾਰਟੀਕਲਚਰ ਦੇ ਵਿੱਚ ਜਾਂ ਬਾਕੀ ਫਸਲਾਂ ਦੇ ਵਿੱਚ ਵੀ, ਤਾਂ ਉਸ ਘਾਟੇ ਨੂੰ ਪੂਰਾ ਕੀਤਾ ਜਾਏਗਾ ਕਿਸ ਯੋਜਨਾ ਦੇ ਅੰਡਰ, ਭਵ ਅੰਤਰ ਭੁਗਤਾਨ ਯੋਜਨਾ। ਕਹਿੰਦੇ ਆ ਗਵਰਨਮੈਂਟ ਹੈਜ਼ ਆਲਸੋ ਡਿਸਾਈਡਡ ਟੂ ਲਾਂਚ ਨਿਊ ਰਿਸਕ ਮਿਟੀਗੇਸ਼ਨ ਸਕੀਮ
दैट इज भव अंतर भुगतान योजना फॉर हार्टिकल्चर प्रोड्यूसर्स। ਇਸ ਤੋਂ ਇਲਾਵਾ ਕਹਿੰਦੇ ਹੁਣ ਜਿਹੜੇ ਐਪਲ ਨੇ ਉਹ ਸਾਡੇ ਪੰਜਾਬ ਦੇ ਵਿੱਚ ਵੀ ਉੱਗਿਆ ਕਰਨਗੇ। ਵੈਸੇ ਤਾਂ ਆਪਾਂ ਕਹਿੰਦੇ ਆ ਅਸੀਂ ਸਿਰਫ ਇੱਥੇ ਦੇਖਣ ਲੈਮਨ ਦੇਖਣ ਨੂੰ ਮਿਲਦਾ ਸਾਨੂੰ ਲੱਗਿਆ ਹੋਇਆ, ਠੀਕ ਹੈ, ਪੇੜ ਦੇ ਉੱਤੇ, ਜਾਂ ਫਿਰ ਮੈਂਗੋਸ ਦਿਖਦੇ ਆ, ਕਹਿੰਦੇ ਸਾਨੂੰ ਕਦੇ ਕੀ ਨਹੀਂ ਦਿਖੇ ਹੈਗੇ, ਐਪਲ ਨਹੀਂ ਦਿਖੇ, ਬਿਕਾਜ਼ ਐਪਲ ਕਿੱਥੇ ਹੁੰਦੇ, ਠੰਡੀਆਂ ਜਗ੍ਹਾਵਾਂ ਤੇ ਹਿਲ ਸਟੇਸ਼ਨ ਦੇ ਉੱਤੇ ਹੈ। ਕਹਿੰਦੇ ਬਟ ਪੰਜਾਬ ਨੇ ਇਹ ਵੀ ਇਨਵੈਂਸ਼ਨ ਕੱਢ ਲਈ ਹੈ, ਕਿਹੜੀ ਯੂਨੀਵਰਸਿਟੀ ਨੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ, ਠੀਕ ਹੈ। ਟਿਸ਼ੂ ਦੇ ਥਰੂ ਇੱਕ ਐਵੇਂ ਦੇ ਐਪਲਸ ਬਣਾਏ ਜਾਣਗੇ ਤਾਂ ਤੁਸੀਂ ਆਉਣ ਵਾਲੇ ਸਾਲਾਂ 'ਚ ਦੇਖੋਗੇ ਕਿ ਸਿਰਫ ਤੁਹਾਨੂੰ ਜਿਹੜੇ ਐਪਲ ਦੇ ਟਰੀ ਨੇ ਹਿਲ ਸਟੇਸ਼ਨ ਦੇ ਵਿੱਚ ਨਹੀਂ ਮਿਲਣਗੇ, ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲਣਗੇ। ਕਹਿੰਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਹੈਜ਼ ਕ੍ਰੀਏਟਡ ਐਨ ਐਪਲ ਵੈਰਾਈਟੀ ਥਰੂ ਟਿਸ਼ੂ ਕਲਚਰ, ਠੀਕ ਹੈ, ਕਿਹੜੇ ਟਿਸ਼ੂ ਕਲਚਰ ਦੇ ਥਰੂ ਇੱਕ ਨਵੀਂ ਐਪਲ ਵੈਰਾਈਟੀ ਲੈ ਕੇ ਆ ਰਹੇ ਨੇ, ਜਿਹਦੇ ਕਿਹੜੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਜਿਸ ਦੇ ਨਾਲ ਤੁਹਾਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਕੀ ਦੇਖਣਗੇ, ਇਨ ਨੈਕਸਟ 2 ਈਅਰ ਤੁਸੀਂ ਪੰਜਾਬ ਦੇ ਵਿੱਚ ਵੀ ਐਪਲ ਦੀ ਖੇਤੀ ਹੁੰਦੀ ਦੇਖੋਗੇ, ਠੀਕ ਹੈ ਜੀ। ਸੋ ਨੈਕਸਟ ਹੈ ਜੀ, ਕਹਿੰਦੇ ਫਰਦਰ ਸੈਟਿੰਗ ਅਪ ਅ ਇਹ ਵੀ ਇੰਪੋਰਟੈਂਟ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਕਿ ਪੰਜਾਬ ਦੇ ਵਿੱਚ 2 ਸ਼ੂਗਰ ਕੰਪਲੈਕਸ ਲੱਗਣ ਦੀ ਗੱਲ ਕੀਤੀ ਗਈ ਹੈ, ਕਿੱਥੇ ਕਿੱਥੇ, एग्जाम पॉइंट ऑफ व्यू नाल इंपॉर्टेंट किते किते, गुरदासपुर एंड बटाला। कहते फर्दर सेटिंग अप टू शुगर कंपलैक्स एट बटाला एंड गुरदासपुर फॉर एफिशिएंट प्रोसैसिंग एंड वैल्यू एडिशन टू शुगर केट। 7 ਪਹਿਲਾਂ ਇਹਨਾਂ ਨੇ ਕਿੰਨੇ ਐਲੋਕੇਟ ਕੀਤੇ ਸੀ, 75 ਕਰੋੜ ਰੁਪਇਆ ਪਿਛਲੇ ਬਜਟ ਦੇ ਵਿੱਚ ਇਹਨਾਂ ਦੇ ਉੱਤੇ ਲਗਾਉਣ ਦੇ ਲਈ 75 ਕਰੋੜ ਰੁਪਇਆ ਦਿੱਤਾ ਸੀ। ਹੁਣ ਹੋਰ ਇਹਦੇ ਲਈ ਕੀਤਾ ਗਿਆ ਹੈ, ਕਿੰਨਾ ਕੀਤਾ ਗਿਆ, 100 ਕਰੋੜ ਰੁਪਇਆ ਹੋਰ ਦਿੱਤਾ ਗਿਆ ਸ਼ੂਗਰ ਕੰਪਲੈਕਸਿਸ ਦੇ ਲਈ। ਕਿੱਥੇ 2 ਨੇ, ਬਟਾਲਾ ਐਂਡ ਗੁਰਦਾਸਪੁਰ। ਇਸ ਤੋਂ ਇਲਾਵਾ ਆਇਲ ਪ੍ਰੋਸੈਸਿੰਗ ਦੇ ਲਈ ਵੀ ਡਿਫਰੈਂਟ ਲੱਗਣ ਲੱਗੇ ਨੇ ਜੀ। ਕਿੱਥੇ ਪਹਿਲਾ ਹੈ ਜੀ ਸਾਡਾ 110 10 ਪਰ ਡੇ, ਇੱਕ ਦਿਨ ਦੇ ਵਿੱਚ 110 ਟਨ ਕੀ ਪੈਦਾ ਕਰਨ ਦੇ ਲਈ, ਫਿਜ਼ੀਕਲ ਰਿਫਾਈਨਰੀ ਫॉर ਪ੍ਰੋਸੈਸਿੰਗ ਆਫ ਕਰੂਡ ਪਾਮ ਆਇਲ, ਠੀਕ ਹੈ ਜੀ। ਕੱਚਾ ਜਿਹੜਾ ਪਾਮ ਦਾ ਤੇਲ ਹੈ ਉਸ ਨੂੰ ਕੱਢਣ ਦੇ ਲਈ ਇੱਕ ਦਿਨ ਦੇ ਵਿੱਚ ਕਿੰਨਾ, 110 ਟਨ ਪਰ ਡੇ ਕੱਢਣ ਦੇ ਲਈ। ਕਰੂਡ ਪਾਮ ਆਇਲ ਐਂਡ 100 TDP ਵਨਸਪਤੀ ਪਲਾਂਟ, ਠੀਕ ਹੈ, ਇਹ ਦੋਨੋਂ ਪਲਾਂਟ 110 ਗੱਲ ਕਰੀਏ ਤਾਂ ਕਰੂਡ ਪਾਮ ਆਇਲ ਦੇ ਲਈ, ਤੇ 100 ਟਨ ਪਰ ਡੇ ਇੱਕ ਦਿਨ ਦੇ ਵਿੱਚ 100 ਟਨ ਕਿਹੜਾ ਤੇਲ, ਵਨਸਪਤੀ ਦਾ ਤੇਲ ਕੱਢਣ ਦੇ ਲਈ ਇਹ ਜਿਹੜਾ ਲਗਾਇਆ ਜਾਏਗਾ ਪਲਾਂਟ, ਕਿੱਥੇ ਲਗਾਇਆ ਜਾਏਗਾ, ਖੰਨਾ, ਠੀਕ ਹੈ ਜੀ। ਖੰਨਾ ਬੀਇੰਗ ਇੰਸਟਾਲਡ ਬਾਈ ਮਾਰਕਫੈਡ, ਕਿਸ ਦੇ ਦੁਆਰਾ ਲਗਾਇਆ ਜਾਵੇਗਾ, ਇਹ ਵੀ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਹੈ, ਮਾਰਕਫੈਡ ਦੇ ਦੁਆਰਾ, ਠੀਕ ਹੈ ਜੀ। ਕਿੱਥੇ ਲੱਗੇਗਾ, ਖੰਨਾ। ਖੰਨਾ ਹੋਰ ਇੰਪੋਰਟੈਂਟ ਹੈ ਕਾਹਦੇ ਲਈ, ਕਿਉਂਕਿ ਉੱਥੇ ਸਭ ਤੋਂ ਏਸ਼ੀਆ ਦੀ ਗ੍ਰੇਟ ਕੀ ਮਿਲਦੀ ਹੈ, ਦਾਣਾ ਮੰਡੀ, ਠੀਕ ਹੈ, ਗ੍ਰੇਨ ਮਾਰਕੀਟ ਮਿਲਦੀ ਹੈ ਕਿੱਥੇ, ਖੰਨਾ ਦੇ ਵਿੱਚ। ਇਸ ਤੋਂ ਇਲਾਵਾ ਹੋਰ ਵੀ ਹੈ ਜੀ, ਕਹਿੰਦੇ ਫਰਦਰ 2 ਨਿਊ ਆਇਲ ਮਿਲਸ, ਕਹਿੰਦੇ 2 ਹੋਰ ਆਇਲ ਮਿਲਸ ਲੱਗਣਗੀਆਂ ਬੁਢਲਾਡਾ ਤੇ ਗਿੱਦੜਬਾਹਾ ਦੇ ਵਿੱਚ, ਠੀਕ ਹੈ। ਫॉर ਪ੍ਰੋਸੈਸਿੰਗ ਆਫ ਮਸਟਰਡ ਕ੍ਰੌਪ ਵੁੱਡ ਬੀ ਇੰਸਟਾਲਡ ਬਾਈ ਮਾਰਕਫੈਡ, ਕਹਿੰਦੇ ਇਹ ਵੀ ਮਾਰਕਫੈਡ ਦੇ ਦੁਆਰਾ ਹੀ ਲਗਾਈਆਂ ਜਾਣਗੀਆਂ 2 ਆਇਲ ਨੂੰ ਪ੍ਰੋਡਿਊਸ ਕਰਨ ਦੇ ਲਈ, ਮਸਟਰਡ ਆਇਲ ਨੂੰ ਸਪੈਸੀਫਿਕ, ਠੀਕ ਹੈ, ਕਿੱਥੇ, ਬੁਢਲਾਡਾ ਤੇ ਗਿੱਦੜਬਾਹਾ ਦੇ ਵਿੱਚ, ਠੀਕ ਹੈ ਜੀ। ਤੇ ਪਹਿਲਾਂ ਆਪਾਂ ਪੜਿਆ ਕਿ ਜਿਹੜੀ ਵਨਸਪਤੀ ਹੈ ਤੇ ਪਾਮ ਆਇਲ ਦੇ ਲਈ ਕਿੱਥੇ ਹੈ ਜੀ, ਇਹ ਲੱਗਣ ਲੱਗੇ ਖੰਨਾ ਦੇ ਵਿੱਚ। ਕਿਸ ਦੇ ਦੁਆਰਾ ਲੱਗਣ ਲੱਗੇ ਇਹ ਦੋਨੋਂ, ਮਾਰਕਫੈਡ ਦੇ ਦੁਆਰਾ। ਇਸ ਤੋਂ ਇਲਾਵਾ ਹੋਰ ਦੇਖੀਏ, ਕਹਿੰਦੇ 5 ਕਰੋੜ ਰੁਪਇਆ ਦਿੱਤਾ ਗਿਆ ਕਿਹਦੇ ਲਈ, 5 ਕਰੋੜ ਇਜ਼ ਪ੍ਰਪੋਜ਼ ਟੂ ਕ੍ਰੀਏਟ ਅ ਬ੍ਰਾਂਡ ਇਮੇਜ ਐਂਡ ਪਬਲਿਸਿਟੀ ਕੈਂਪੇਨ ਫॉर द ਟੂਰਿਜ਼ਮ। ਸਭ ਨੂੰ ਪਤਾ ਹੋਏਗਾ ਕਿ ਆਪਾਂ ਜਦੋਂ ਦੇਖਦੇ ਆ ਨਾ ਕਈ ਵਾਰ यूपी ਦੀ ਸਰਕਾਰ ਦੀ ਐਡਵਰਟਾਈਜ਼ ਕੀਤੀ ਹੁੰਦੀ ਹੈ ਕਿ ਇਹਨਾਂ ਨੇ ਇਹ ਕੀਤਾ, ਸੋ ਸਾਡੇ ਪੰਜਾਬ ਦੀ ਕੈਂਪੇਨ ਕਰਨ ਦੇ ਲਈ ਤਾਂ ਜੋ ਲੋਕ ਅਟਰੈਕਟ ਹੋ ਕੇ ਪੰਜਾਬ ਦੇ ਵੱਲ ਆਉਣ, ਠੀਕ ਹੈ, ਉਹਦੇ ਲਈ ਕਿੰਨੀ ਇਨਵੈਸਟਮੈਂਟ ਕੀਤੀ ਜਾਏਗੀ, ਟੂਰਿਜ਼ਮ ਤੇ ਕੈਂਪੇਨ ਦੇ ਲਈ ਕਿੰਨੀ ਕੀਤੀ ਜਾਏਗੀ, 5 ਕਰੋੜ ਰੁਪਇਆ, ਠੀਕ ਹੈ, 5 ਕਰੋੜ ਰੁਪਇਆ ਰੱਖਿਆ ਗਿਆ। ਇਸ ਤੋਂ ਇਲਾਵਾ ਪੁਲਿਸ ਦੇ ਉੱਤੇ ਕਿੰਨਾ ਰੁਪਇਆ ਲਗਾਇਆ ਜਾਏਗਾ, ਲਾਅ ਐਂਡ ਆਰਡਰ ਦੇ ਉੱਤੇ 10,523 ਕਰੋੜ ਰੁਪਇਆ ਲਗਾਇਆ ਜਾਏਗਾ। ਇਸ ਦੇ ਵਿੱਚ ਇਨਕਲੂਡਡ ਹੈ ਸਾਈਬਰ ਕ੍ਰਾਈਮ ਵੀ, ਠੀਕ ਹੈ, ਜਿਹੜੇ ਆਨਲਾਈਨ ਕ੍ਰਾਈਮ ਹੁੰਦੇ ਆ ਨਾ ਉਹਨਾਂ ਦੇ ਲਈ ਵੀ ਇਨਕਲੂਡਡ ਹੈ। ਇਸ ਤੋਂ ਇਲਾਵਾ ਅਗਰ ਆਪਾਂ ਫ੍ਰੀ ਪਾਵਰ ਦੀ ਗੱਲ ਕਰੀਏ, ਠੀਕ ਹੈ, ਫ੍ਰੀ ਪਾਵਰ ਦੇ ਲਈ ਬਿਜਲੀ ਦੇ ਲਈ ਕਿੰਨਾ ਪੈਸਾ ਦਿੱਤਾ ਗਿਆ, ਆਪ ਗਵਰਨਮੈਂਟ ਵੁੱਡ ਬੀ ਕੰਟੀਨਿਊਇੰਗ ਦ ਸਪੋਰਟ ਐਂਡ ਅਮਾਉਂਟ ਰੁਪੀਸ 9,331 ਕਰੋੜ is proposed to be earmarked for this purpose for financial year 2023 to 2024, ठीक है।
ਬਿਜਲੀ ਮੁਫਤ ਦੇਣ ਦੇ ਲਈ ਕਿੰਨਾ ਰੁਪਇਆ ਦਿੱਤਾ ਗਿਆ ਹੈ? 9331 ਕਰੋੜ ਰੁਪਇਆ ਦਿੱਤਾ ਗਿਆ ਪੰਜਾਬ ਨੂੰ। ਇਸ ਤੋਂ ਇਲਾਵਾ 200 ਕਰੋੜ ਕਿਹਦੇ ਲਈ ਦਿੱਤਾ ਗਿਆ? ਫॉर ਅਪਗ੍ਰੇਡੇਸ਼ਨ ਆਫ ਦਾ ਸਕੂਲਸ ਇਨਟੂ ਸਕੂਲ ਐਮੀਨੈਂਸ। ਠੀਕ ਹੈ ਜੀ, ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਜਾਂ ਉਹਦਾ ਉੱਥੋਂ ਦਾ ਵਾਤਾਵਰਨ ਜਾਂ ਤੁਸੀਂ ਇਨਫਰਾਸਟ੍ਰਕਚਰ ਹੀ ਕਹਿ ਲਓ ਕਿ ਇਮਿਊਨਿਟੀਜ਼, ਠੀਕ ਹੈ, ਜੋ ਚੀਜ਼ਾਂ ਉੱਥੇ ਪ੍ਰੋਵਾਈਡ ਕਰਵਾਈਆਂ ਜਾਣੀਆਂ ਚਾਹੀਦੀਆਂ ਮਾਡਰਨ ਤਰੀਕੇ ਦੇ ਨਾਲ, ਉਹਦੇ ਲਈ ਕਿੰਨਾ ਰੁਪਇਆ ਦਿੱਤਾ ਗਿਆ ਸਰਕਾਰ ਵੱਲੋਂ? 200 ਕਰੋੜ ਰੁਪਇਆ ਦਿੱਤਾ ਗਿਆ। ਸੋ ਇਹ ਵੀ ਇੰਪੋਰਟੈਂਟ ਹੈ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ। ਨੈਕਸਟ ਆਪਾਂ ਗੱਲ ਕਰਦੇ ਹਾਂ ਐਨੀਮਲ ਹਸਬੈਂਡਰੀ ਦੇ ਉੱਤੇ। ਤੁਸੀਂ ਬਹੁਤ ਸੁਣੀ ਹੋਏਗੀ ਲੰਪੀ ਡਿਸੀਜ਼। ਠੀਕ ਹੈ, ਇਸ ਟਾਈਮ ਦੇ ਵਿੱਚ ਥੋੜਾ ਟਾਈਮ ਪਹਿਲਾਂ ਲੰਪੀ ਡਿਸੀਜ਼ ਗਾਵਾਂ ਨੂੰ ਬਹੁਤ ਜ਼ਿਆਦਾ ਚੱਲੀ ਸੀ ਲੰਪੀ ਡਿਸੀਜ਼। ਠੀਕ ਹੈ, ਜਿਹਦੇ ਵਿੱਚ ਬਹੁਤ ਸਾਰੇ ਕਾਊਸ ਸੀ ਜਿਨ੍ਹਾਂ ਦੀ ਡੈਥ ਹੋ ਗਈ ਸੀ। ਠੀਕ ਹੈ, ਜਾਨਵਰਾਂ ਦੇ ਵਿੱਚ ਇਹ ਡਿਸੀਜ਼ ਦੇਖਣ ਨੂੰ ਮਿਲੀ ਸੀ, ਜਿਸ ਦੇ ਲਈ ਇਹਨਾਂ ਨੇ ਕੁਝ ਪੈਸਾ ਐਲੋਕੇਟ ਕੀਤਾ ਗਿਆ ਇਸ ਬਜਟ ਦੇ ਵਿੱਚ, ਤਾਂ ਜੋ ਕਿਸਾਨਾਂ ਨੂੰ ਇਸ ਜਿਹੜੀ ਮਹਾਮਾਰੀ ਆਂਦੀ ਹੈ ਇਸ ਤੋਂ ਬਚਣ ਦੇ ਲਈ ਪਹਿਲਾਂ ਤੋਂ ਹੀ ਜਿਹੜੇ ਉਹਨਾਂ ਦੇ ਜਾਨਵਰ ਹੈ ਉਹਨਾਂ ਨੂੰ ਕੀ ਕਰਵਾਇਆ ਜਾਏ, ਇੱਕ ਵਧੀਆ ਇਲਾਜ ਪ੍ਰੋਵਾਈਡ ਕਰਵਾਇਆ ਜਾ ਸਕੇ, ਜਿਹਦੇ ਲਈ ਕਿੰਨੇ ਕਰੋੜ ਰੁਪਇਆ ਦਿੱਤਾ ਗਿਆ? 25 ਕਰੋੜ। ਠੀਕ ਹੈ, 25 ਕਰੋੜ ਰੁਪਇਆ ਰੱਖਿਆ ਗਿਆ। ਇਸ ਤੋਂ ਇਲਾਵਾ ਅਗਰ ਫੋਰੈਸਟਰੀ ਤੇ ਵਾਈਲਡ ਲਾਈਫ ਦੀ ਗੱਲ ਕਰੀਏ, ਠੀਕ ਹੈ, ਆਪਣੇ ਜੰਗਲ ਜਾਂ ਫਿਰ ਆਪਣੀ ਵਾਈਲਡ ਲਾਈਫ ਦੀ ਗੱਲ ਕਰੀਏ ਤਾਂ ਇਹਦੇ ਲਈ ਇੱਕ ਮਿਸ਼ਨ ਚਲਾਇਆ ਗਿਆ ਜੋ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਹੈ। ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਗ੍ਰੀਨ ਪੰਜਾਬ ਮਿਸ਼ਨ ਕਿਸ ਚੀਜ਼ ਦੇ ਨਾਲ ਰਿਲੇਟਡ ਹੈ। ਠੀਕ ਹੈ, ਅਗਰ ਜੰਗਲਾਂ ਦੀ ਗੱਲ ਆ ਗਈ ਤਾਂ ਕੀ ਲਗਾਓ? ਪਲਾਂਟਸ ਲਗਾਓ ਵੱਧ ਤੋਂ ਵੱਧ। ਸੋ ਕਹਿੰਦੇ ਅੰਡਰ ਗ੍ਰੀਨ ਪੰਜਾਬ ਮਿਸ਼ਨ 151 ਨਾਨਕ ਬਗੀਚੇਸ ਤੇ 68 ਪਵਿੱਤਰ ਵਨ ਲਗਾਏ ਜਾਣਗੇ। ਠੀਕ ਹੈ, 151 ਨਾਨਕ ਬਗੀਚੇਸ ਤੇ 68 ਪਵਿੱਤਰ ਵਨ ਲਗਾਏ ਜਾਣਗੇ। ਆਰ ਬੀਇੰਗ ਟੂ ਬੀ ਡਿਵੈਲਪਡ, we would be expand this ਨਾਨਕ ਬਗੀਚਾਸ ਐਂਡ ਪਵਿੱਤਰ ਵਨਸ ਬਾਈ ਇਕੁਅਲ ਨੰਬਰ ਇਨ ਦਾ ਨੈਕਸਟ ਈਅਰ। ਠੀਕ ਹੈ ਜੀ, ਸੋ ਤੁਸੀਂ ਮੇਨ ਇਹਦੇ ਵਿੱਚ ਯਾਦ ਰੱਖਣ ਵਾਲੀ ਕਿਹੜੀ ਗੱਲ ਹੈ? ਗ੍ਰੀਨ ਪੰਜਾਬ ਮਿਸ਼ਨ ਚਲਾਇਆ ਜਾਏਗਾ। ਇਸ ਤੋਂ ਇਲਾਵਾ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮੈਂ ਇਹ ਦੱਸ ਹੀ ਚੁੱਕੀ ਹਾਂ ਕਿ ਕਿਹੜੇ ਫੋਕਸਡ ਏਰੀਆਜ਼ ਰੱਖੇ ਗਏ ਨੇ ਪੰਜਾਬ ਵੱਲੋਂ ਬਜਟ ਦੇ ਵਿੱਚ। ਤਾਂ ਦੇਖਿਆ ਜਾਏਗਾ ਐਗਰੀਕਲਚਰ ਨੂੰ ਰੱਖਿਆ ਗਿਆ, ਸਾਡੀ ਹੈਲਥ ਨੂੰ ਰੱਖਿਆ ਗਿਆ, ਤੇ ਤੀਸਰਾ ਸੀ ਜੀ ਸਾਡਾ ਐਜੂਕੇਸ਼ਨ। ਆਲਰੇਡੀ ਮੈਂ ਦੱਸ ਚੁੱਕੀ ਹਾਂ ਕਿ ਸਕੂਲਸ ਦੇ ਐਮੀਨੈਂਸ ਨੂੰ ਸੁਧਾਰਨ ਦੇ ਲਈ 200 ਕਰੋੜ ਰੁਪਇਆ ਆਲਰੇਡੀ ਦਿੱਤਾ ਜਾ ਚੁੱਕਿਆ। ਤੇ ਕਹਿੰਦੇ ਕਿੰਨੇ ਅਗਰ ਟੋਟਲ ਦੇਖਿਆ ਜਾਵੇ ਤਾਂ ਕਿੰਨੇ ਪੈਸੇ ਨੇ? 17,072 ਕਰੋੜ ਫॉर ਸਕੂਲ ਐਂਡ ਹਾਇਰ ਐਜੂਕੇਸ਼ਨ। ਠੀਕ ਹੈ, ਸਕੂਲਸ ਤੇ ਉਹਦੀ ਹਾਇਰ ਐਜੂਕੇਸ਼ਨ ਦੇ ਲਈ 17,072 ਕਰੋੜ ਰੁਪਇਆ ਐਲੋਕੇਟ ਕੀਤਾ ਗਿਆ, ਜਿਹੜਾ ਕਿ 12% ਵੱਧ ਹੈ ਪਿਛਲੇ ਸਾਲ ਨਾਲੋਂ। ਇਸ ਤੋਂ ਇਲਾਵਾ ਇੱਕ ਬਿਲਡਿੰਗ ਐਜ਼ ਅ ਲਰਨਿੰਗ ਏਡ ਬਾਲਾ ਕੰਸੈਪਟ ਵੀ ਚਲਾਇਆ ਗਿਆ। ਸੋ ਇਹਨੂੰ ਛੱਡੋ। ਨੈਕਸਟ ਹੈ ਰੂਸਾ। ਠੀਕ ਹੈ ਜੀ, ਇੱਕ ਰੂਸਾ ਪ੍ਰੋਜੈਕਟ ਚਲਾਇਆ ਗਿਆ ਜੋ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਹੈ, ਤੁਹਾਨੂੰ ਆ ਸਕਦਾ ਹੈ। फुल फॉर्म भी ਤੁਹਾਨੂੰ पता होनी चाहिए रूसा की फुल फॉर्म की है। फुल फॉर्म देखिए राष्ट्रीय उच्चतर शिक्षा अभियान। ठीक है जी, राष्ट्रीय उच्चतर शिक्षा अभियान की गल की गई है। कहते यह सैकेंड फेस है रूसा का। द स्टेट गवर्नमेंट वुड सैट अप 6 सेंटर्स फॉर इनहांसिंग क्वालिटी। ये की है कि टीचर्स नूं पहला क्वालिटी बेस बनाया जाए तां जो वो बच्चों नूं अच्छे तरीके दे नाल टीच कर सकन। उहदे लई 6 सेंटर बनाए गए ने एजुकेशन नूं एनहांस करन दे लई जां उहदी क्वालिटी नूं सुधारन दे लई, टीचर्स नूं अच्छे तरीके नाल करन दे लई तां जो बच्चों नूं अच्छे तरीके नाल पढ़ा सकन। किस कंसैप्ट दे अंदर? रूसा कंसैप्ट दे अंदर। ते इहदा तुहानूं फुल फॉर्म पता होनी चाहिए, राष्ट्रीय उच्चतर शिक्षा अभियान। ठीक है जी, ये सैकेंड फेस है रूसा का, जिहदे विच 6 सेंटर बनाए जाणगे। तुहानूं पता होना चाहिए कि किन्ने सेंटर बनाए जाएंगे। ये इंपॉर्टेंट नहीं कित्थे कित्थे, बट हाँ किन्ने सेंटर बनाए जाएंगे इंपॉर्टेंट है। कित्थे? गुरु नानक देव यूनिवर्सिटी अमृतसर एट कॉस्ट ऑफ 70 करोड़। ठीक है, किन्ने करोड़ दे विच 70 करोड़। ये इंपॉर्टेंट नहीं है, इत्थे पैसे नहीं याद रखने, इत्थे किहड़े कंसैप्ट दे अंदर ते किन्ने ब्रांचेस बनाईयां जाणगियां। नैक्सट आपां मैडिकल एजुकेशन ते रिसर्च की गल करिए, ये भी इंपॉर्टेंट है जी। ठीक है, एग्जाम पॉइंट ऑफ व्यू नाल इंपॉर्टेंट है मैडिकल रिसर्च ते एजुकेशन के रिगार्डिंग। तो सब तो पहला तुहानूं पता होने चाहिए ने कि पंजाब दे अंदर 2 की बनणगे मैडिकल कॉलेज बनणगे। कित्थे कित्थे बनणगे? कपूरथला ते हुशियारपुर दे विच बनणगे। सो आपां देख लैंदे आ कहंदे किन्ने पैसे प्रपोज किए गए ने? 1015 करोड़ 1015 करोड़ रुपया मैडिकल एजुकेशन ते रिसर्च दे लई दिता गया, जिस दे अंडर क्या कि 2 मैडिकल कॉलेज बनणगे पंजाब दे विच। इंपॉर्टेंट एग्जाम पॉइंट ऑफ व्यू नाल
ਹੁਸ਼ਿਆਰਪੁਰ ਐਂਡ ਕਪੂਰਥਲਾ ਦੇ ਵਿੱਚ ਬਣਨਗੇ। ਇਸ ਤੋਂ ਇਲਾਵਾ ਇੱਕ ਸਟੇਟ ਕੈਂਸਰ ਇੰਸਟੀਚਿਊਟ ਕੈਂਸਰ ਦੇ ਲਈ ਇੰਸਟੀਚਿਊਟ ਹੈ ਫॉर ਕੈਂਸਰ ਪੇਸ਼ੈਂਟਸ ਦੇ ਲਈ ਬਣਾਇਆ ਜਾਏਗਾ। ਕਿੱਥੇ? ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ। ਇਹ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ, ਕਿੱਥੇ ਬਣੇਗਾ? ਗਵਰਨਮੈਂਟ ਮੈਡੀਕਲ ਕਾਲਜ ਕਿੱਥੇ ਬਣੇਗਾ? ਅੰਮ੍ਰਿਤਸਰ ਦੇ ਵਿੱਚ। ਕਿੰਨੀ ਕਾਸਟ ਦੇ ਵਿੱਚ? 119 ਕਰੋੜ ਦੇ ਵਿੱਚ। ਠੀਕ ਹੈ ਜੀ। ਇਸ ਤੋਂ ਇਲਾਵਾ ਕੈਂਸਰ ਕੇਅਰ ਸੈਂਟਰ ਫਾਜ਼ਿਲਕਾ। ਇਹ ਚਾਰੋਂ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ। ਪਹਿਲੀ ਗੱਲ, 2 ਮੈਡੀਕਲ ਕਾਲਜ ਕਪੂਰਥਲਾ ਐਂਡ ਹੁਸ਼ਿਆਰਪੁਰ। ਇੱਕ ਕੈਂਸਰ ਜਿਹੜਾ ਇੰਸਟੀਚਿਊਟ ਬਣੇਗਾ ਉਹ ਕਿੱਥੇ ਬਣੇਗਾ? ਗਵਰਨਮੈਂਟ ਮੈਡੀਕਲ ਕਾਲਜ ਸਾਡਾ ਅੰਮ੍ਰਿਤਸਰ ਦੇ ਵਿੱਚ, ਤੇ ਇੱਕ ਕੈਂਸਰ ਕੇਅਰ ਸੈਂਟਰ ਫਾਜ਼ਿਲਕਾ ਦੇ ਵਿੱਚ। ਨੈਕਸਟ ਆਪਾਂ ਗੱਲ ਕਰੀਏ ਟਰਾਮਾ ਸੈਂਟਰਸ। ਮੋਸਟ ਇੰਪੋਰਟੈਂਟ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਪੁੱਛਿਆ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਕਿੱਥੇ ਟਰਾਮਾ ਸੈਂਟਰ ਬਣਨ ਜਾ ਰਹੇ ਨੇ। ਕਹਿੰਦੇ ਇਹਦੇ ਲਈ ਟਰਾਮਾ ਸੈਂਟਰ ਕਿੱਥੇ? ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਵਿੱਚ, ਤੇ ਇੱਕ ਰਜਿੰਦਰਾ ਹਸਪੀਟਲ ਸਾਡਾ ਪਟਿਆਲਾ ਦੇ ਵਿੱਚ। ਠੀਕ ਹੈ, ਟਰਾਮਾ ਸੈਂਟਰਸ ਬਣਨਗੇ ਇੱਕ ਕਿੱਥੇ? ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਵਿੱਚ, ਤੇ ਇੱਕ ਰਜਿੰਦਰਾ ਹਸਪੀਟਲ ਪਟਿਆਲਾ ਦੇ ਵਿੱਚ, ਜਿਹਦੇ ਲਈ 100 ਕਰੋੜ ਰੁਪਏ ਦਿੱਤਾ ਗਿਆ। ਇਸ ਤੋਂ ਇਲਾਵਾ ਇਹ ਵੀ ਇੰਪੋਰਟੈਂਟ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਬਹੁਤ ਜ਼ਿਆਦਾ, ਨਰਸਿੰਗ ਕਾਲਜ ਕਿਹੜੇ ਪਿੰਡ ਦੇ ਵਿੱਚ? ਠੀਕਰੀਵਾਲਾ। ਠੀਕ ਹੈ ਜੀ, ਠੀਕਰੀਵਾਲਾ ਨਰਸਿੰਗ ਕਾਲਜ ਬਣਨ ਜਾ ਰਿਹਾ। ਇੱਕ ਨਰਸਿੰਗ ਕਾਲਜ ਕੁੜੀਆਂ ਦੇ ਲਈ। ਠੀਕ ਹੈ ਜੀ, ਕਿੱਥੇ? ਨਰਸਿੰਗ ਕਾਲਜ ਬਣਨ ਜਾ ਰਿਹਾ ਕਿੱਥੇ? ਠੀਕਰੀਵਾਲਾ ਦੇ ਵਿੱਚ। ਠੀਕ ਹੈ, ਬਰਨਾਲਾ ਡਿਸਟ੍ਰਿਕਟ ਦੇ ਵਿੱਚ। ਇਸ ਤੋਂ ਇਲਾਵਾ ਤੁਸੀਂ ਯਾਦ ਰੱਖਣਾ 13 ਸਾਲਾਂ ਬਾਅਦ ਇੱਕ ਪੋਲੀਟੈਕਨੀਕਲ ਕਾਲਜ ਫॉर ਗਰਲਸ, ਠੀਕ ਹੈ ਜੀ, ਖੋਲਿਆ ਜਾ ਰਿਹਾ ਹੈ ਦੁਬਾਰਾ ਤੋਂ। 13 ਸਾਲਾਂ ਤੋਂ ਬਾਅਦ ਰੀਓਪਨ ਕੀਤਾ ਜਾ ਰਿਹਾ ਪੋਲੀਟੈਕਨੀਕਲ ਕਾਲਜ ਫॉर ਗਰਲਸ। ਕਿੱਥੇ ਕੀਤਾ ਜਾ ਰਿਹਾ? ਰੋਪੜ ਦੇ ਵਿੱਚ। ਠੀਕ ਹੈ, ਐਗਜ਼ਾਮ ਪੁਆਇੰਟ ਆਫ ਵਿਊ ਨਾਲ ਚੀਜ਼ਾਂ ਇੰਪੋਰਟੈਂਟ ਨੇ। ਕਿੱਥੇ ਕੀਤਾ ਜਾ ਰਿਹਾ? ਰੋਪੜ ਦੇ ਵਿੱਚ ਕੀਤਾ ਜਾ ਰਿਹਾ। ਨੈਕਸਟ ਹੈ ਕਹਿੰਦੇ ਪੰਜਾਬ ਸਟੇਟ ਇੰਸਟੀਚਿਊਟ ਫॉर ਲੀਵਰ ਐਂਡ ਬਿਲਾਰੀ ਸਾਇੰਸਿਸ। ਠੀਕ ਹੈ, ਇਹ ਕਿੱਥੇ ਹੈ? ਸਿੱਧਾ ਸਿੱਧਾ ਮੋਟਾ ਮੋਟਾ ਇਕੁਏਸ਼ਨ ਆ ਜਾਣਾ ਹੈ ਕਿ ਇਹ ਜਿਹੜਾ ਇੰਸਟੀਚਿਊਟ ਹੈ ਪੰਜਾਬ ਸਟੇਟ ਇੰਸਟੀਚਿਊਟ ਹੈ ਇਹ, ਠੀਕ ਹੈ, ਸਾਇੰਸ ਕਿੱਥੇ ਹੈ, ਕਿਹੜੀ ਜਗ੍ਹਾ ਤੇ ਲੋਕੇਟ ਕਰਦਾ ਹੈ? ਤਾਂ ਸਿੱਧਾ ਸਿੱਧਾ ਕੁਐਸਚਨ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਤੇ ਪੰਜਾਬ ਦੇ SAS ਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ ਬਣਾਇਆ ਜਾਏਗਾ। ਠੀਕ ਹੈ ਜੀ। will become fully functional, ਸੌਰੀ ਪਿਛਲੇ ਜਿਹੜੇ ਬਜਟ ਦੇ ਵਿੱਚ ਇਹ ਦਿੱਤਾ ਗਿਆ ਸੀ, ਹੁਣ ਇਸ ਸਾਲ ਇਹ ਫੁੱਲੀ ਫੰਕਸ਼ਨ ਕਰ ਦਿੱਤਾ ਜਾਏਗਾ। ਐਗਜ਼ਾਮ ਪੁਆਇੰਟ ਆਫ ਵਿਊ ਨਾਲ ਕੀ ਇੰਪੋਰਟੈਂਟ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਜਿਹੜਾ ਲੀਵਰ ਤੇ ਬਿਲਰੀ ਸਾਇੰਸ ਇੰਸਟੀਚਿਊਟ ਹੈ ਕਿੱਥੇ ਹੈ? ਤਾਂ ਪੰਜਾਬ ਦੇ ਵਿੱਚ SAS ਨਗਰ ਦੇ ਵਿੱਚ ਇਸ ਸਾਲ ਫੰਕਸ਼ਨਿੰਗ ਦੇ ਵਿੱਚ ਉਹ ਆ ਜਾਏਗਾ। ਨੈਕਸਟ ਆਪਾਂ ਯੂਨੀਵਰਸਿਟੀਜ਼ ਦੀ ਗ੍ਰਾਂਟ ਤੇ ਏਡ ਦੀ ਗੱਲ ਕਰ ਲਈਏ ਕਿ ਯੂਨੀਵਰਸਿਟੀਜ਼ ਨੂੰ ਕਿੰਨੀ ਗ੍ਰਾਂਟ ਦਿੱਤੀ ਗਈ ਹੈ। ਇਹਦੇ ਚ ਜਸਟ ਤੁਸੀਂ ਕੀ ਰੱਖਣਾ ਯਾਦ ਕਿ ਕਿੰਨਾ ਅਮਾਉਂਟ ਦਿੱਤਾ ਗਿਆ, ਕਿਹੜੀ ਯੂਨੀਵਰਸਿਟੀਜ਼ ਨੂੰ ਦਿੱਤਾ ਗਿਆ। ਤਾਂ 990 ਕਰੋੜ, ਠੀਕ ਹੈ, 990 ਕਰੋੜ ਰੁਪਏ ਦਿੱਤੇ ਗਏ ਨੇ ਕਿਹਨਾਂ ਨੂੰ? ਯੂਨੀਵਰਸਿਟੀਜ਼ ਨੂੰ। ਕਿਹੜੀ ਕਿਹੜੀ ਯੂਨੀਵਰਸਿਟੀ ਹੈ? ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, पंजाब एग्रीकल्चर यूनिवर्सिटी होगी। ठीक है जी। सो इन्होंने याद करन दी यूनिवर्सिटी नूं इन्नी लोड़ नहीं है, बस तुहानूं पता होना चाहिए कि किन्ने रुपीस दिते गए, किन्ने पैसे दिते गए ने। ठीक है जी। नैक्सट है साडा हैल्थ एंड फैमिली वेलफेयर। ऑलरेडी मैं दस चुकी हाँ 3 फोकस सेंटर ने, एग्रीकल्चर, हैल्थ एंड एजुकेशन। सो तीसरा साडा आ जाता है हैल्थ सेंटर दे लई। तो देखा जाए कि हैल्थ के लिए किन्ने पैसे दिते गए ने? 4781 करोड़ रुपया हैल्थ के लिए दिता गया। फैमिली वेलफेयर के लिए आम आदमी क्लीनिक्स ओपन किए जाएंगे। ठीक है जी। 117 क्लीनिक्स आम आदमी के की किए जाएंगे? ओपन किए जाएंगे। इस तो इलावा एक आयुष योजना है जिसके अंडर 2 हॉस्पिटल बनाए जाएंगे। ठीक है, कि 50 बैड वाले। ठीक है जी। 250 बेडेड इंटीग्रेटेड आयुष हॉस्पिटल्स। ठीक है, किन्ने? 2 आयुष हॉस्पिटल बन गए 50 बैडा वाले, बीइंग कंस्ट्रक्टेड एट दयालपुर सोधियां, साहबजादा अजीत नगर एंड दुनके मोगा। किथे किथे एक बनेगा ऐसे साडा साहबजादा अजीत नगर दे विच, किथे है साडा दयालपुर सोधियां, ते मोगे दे विच दुनके दे विच बनणगे। ठीक है, आयुष केड़े हॉस्पिटल। इस तो इलावा इंपॉर्टेंट एग्जाम पॉइंट ऑफ व्यू नाल NRI, ठीक है, उन्होंने रिगार्डिंग केड़ी चीज दसी गई है कि एक बनाया जाएगा पंजाब सिक्ख्या सेहत फंड। ठीक है जी, केड़ा फंड बनाया जाएगा? पंजाब सिक्ख्या सेहत फंड। ਇਹਦੇ ਵਿੱਚ ਕੀ ਹੋਏਗਾ, ਜਿਹੜੇ ਸਾਡੇ NRI ਭਰਾ ਭੈਣਾਂ ਨੇ, ਠੀਕ ਹੈ, ਅਗਰ ਉਹ ਪੰਜਾਬ ਦੀ ਡਿਵੈਲਪਮੈਂਟ ਦੇ ਲਈ ਕੁਝ ਕੰਟਰੀਬਿਊਸ਼ਨ ਦੇਣਾ ਚਾਹੁੰਦੇ ਨੇ ਤਾਂ ਇਸ ਸਕੀਮ ਦੇ ਅੰਡਰ ਉਹ ਪੈਸਾ ਪਾ ਸਕਦੇ ਨੇ। ਕਿਸ ਦੇ ਅੰਡਰ? ਪੰਜਾਬ ਸਿੱਖਿਆ ਤੇ ਸਿਹਤ ਫੰਡ।
ਨੈਕਸਟ ਆਪਾਂ ਗੱਲ ਕਰੀਏ ਡਿਫੈਂਸ ਸਰਵਿਸ ਦੀ ਗੱਲ ਕਰੀਏ ਤਾਂ ਡਿਫੈਂਸ ਸਰਵਿਸ ਦੇ ਵਿੱਚ ਇੱਕ ਮੈਮੋਰੀਅਲ ਬਣਾਇਆ ਜਾਏਗਾ। ਇਹ ਸਿੱਧਾ ਸਿੱਧਾ ਐਗਜ਼ਾਮ ਦੇ ਵਿੱਚ ਪੁੱਛਿਆ ਜਾਏਗਾ ਕਿ ਮੈਮੋਰੀਅਲ ਕਿਹੜੀ ਜਗ੍ਹਾ ਤੇ ਸਿਚੁਏਟਡ ਹੈ। ਮੈਮੋਰੀਅਲ ਕੰਪਲੈਕਸ ਐਟ ਅੰਮ੍ਰਿਤਸਰ, ਠੀਕ ਹੈ ਜੀ। ਮੈਮੋਰੀਅਲ ਕੰਪਲੈਕਸ ਕਿੱਥੇ ਹੈ? ਅੰਮ੍ਰਿਤਸਰ ਦੇ ਵਿੱਚ ਹੈ। ਪੈਸਾ ਡਿਫੈਂਸ ਦੇ ਉੱਤੇ ਕਿੰਨਾ ਲਗਾਇਆ ਜਾਏਗਾ? 15 ਕਰੋੜ ਰੁਪਇਆ। ਇਸ ਤੋਂ ਇਲਾਵਾ ₹3 crore is proposed to be provided to maintenance of सैनिक स्कूल कपूरथला, ठीक है जी। एक सैनिक स्कूल है कपूरथला दे विच ते ਉਹਦੀ ਮੇਨਟੇਨੈਂਸ ਦੇ ਲਈ 3 ਕਰੋੜ ਰੁਪਇਆ ਦਿੱਤਾ ਜਾਏਗਾ। ਮੈਮੋਰੀਅਲ ਕੰਪਲੈਕਸ ਪਤਾ ਹੋਣਾ ਚਾਹੀਦਾ ਕਿ ਅੰਮ੍ਰਿਤਸਰ ਦੇ ਵਿੱਚ ਹੈ। ਇਸ ਤੋਂ ਇਲਾਵਾ ਟੂਰਿਜ਼ਮ ਤੇ ਕਲਚਰਲ ਅਫੇਅਰ ਦੀ ਗੱਲ ਕਰੀਏ ਤਾਂ ਹੁਣ ਕੀ ਹੋਏਗਾ, ਇਸ ਤਰੀਕੇ ਦੀਆਂ ਕੁਝ ਬਿਲਡਿੰਗਸ ਜਾਂ ਮੈਮੋਰੀਅਲਸ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਾਡੇ ਜੋ ਪੰਜਾਬ ਦੀ ਹਿਸਟਰੀ ਹੈ, ਇਤਿਹਾਸ ਹੈ, ਉਸ ਨੂੰ ਦਿਖਾਇਆ ਜਾ ਸਕੇ। ਫੋਰ ਐਗਜ਼ਾਮਪਲ ਕੀ ਬਣਾਇਆ ਜਾਏਗਾ? ਕੰਪਲੈਕਸ ਪਿੰਡ ਬਾਬੇ ਨਾਨਕ ਦਾ ਕਿੱਥੇ ਬਣਾਇਆ ਜਾਏਗਾ? ਸੁਲਤਾਨਪੁਰ ਲੋਧੀ ਦੇ ਵਿੱਚ। The Anglo-Sikh War is circuit would be developed to the boost historical military tourism and development of heritage complex ਬਾਬੇ ਨਾਨਕ ਦਾ ਪਿੰਡ ਬਾਬੇ ਨਾਨਕ ਦਾ ਸਭ ਨੂੰ ਪਤਾ ਹੋਏਗਾ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਹੈ। ਇਸ ਤੋਂ ਇਲਾਵਾ ਇੱਕ ਸਕੀਮ ਹੈ ਜੋ ਸੈਂਟਰ ਵੱਲੋਂ ਚਲਾਈ ਜਾਂਦੀ ਹੈ, ਪ੍ਰਸ਼ਾਦ ਸਕੀਮ, ਠੀਕ ਹੈ ਜੀ, ਜਿਸ ਦੀ ਫੁੱਲ ਫਾਰਮ ਹੈ ਪਿਲਗ੍ਰਿਮੇਜ ਰੀਜੂਵਨਾਈਜੇਸ਼ਨ ਐਂਡ ਸਪਿਰਿਚੁਅਲ ਐਗੂਮੈਂਟੇਸ਼ਨ ਡਰਾਈਵ, ਠੀਕ ਹੈ। ਇਹ ਪ੍ਰਸ਼ਾਦ ਜਿਹੜੀ ਸਕੀਮ ਹੈ ਕਿਸ ਦੇ ਅੰਡਰ ਇਹ ਵੈਸੇ ਸੈਂਟਰ ਦੀ ਸਕੀਮ ਹੈ। ਇਸੇ ਸਕੀਮ ਦੇ ਅੰਡਰ ਪੰਜਾਬ ਵੱਲੋਂ 32 ਕਰੋੜ, ਠੀਕ ਹੈ, 32 ਕਰੋੜ ਰੁਪਇਆ ਦਿੱਤਾ ਜਾਏਗਾ ਕਿਸੇ ਡਿਵੈਲਪਮੈਂਟ ਦੇ ਲਈ, ਚਮਕੌਰ ਸਾਹਿਬ ਦੀ ਡਿਵੈਲਪਮੈਂਟ ਦੇ ਲਈ, ਠੀਕ ਹੈ ਜੀ। ਚਮਕੌਰ ਸਾਹਿਬ ਉਹ ਸਿਟੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਜੋ ਸਾਹਿਬਜ਼ਾਦੇ ਕੀ ਹੋਏ ਸੀ, ਸ਼ਹੀਦ ਹੋਏ ਸੀ। ਸੋ ਇਸ ਸਿਟੀ ਦੀ ਡਿਵੈਲਪਮੈਂਟ ਦੇ ਲਈ 32 ਕਰੋੜ ਰੁਪਇਆ ਰੱਖਿਆ ਗਿਆ ਸਾਡੇ ਬਜਟ ਦੇ ਵਿੱਚ, ਠੀਕ ਹੈ ਜੀ। ਇਹ ਵੀ ਕਿਹਾ ਗਿਆ ਕਿ ਦੁਰਗਿਆਨਾ ਟੈਂਪਲ ਅੰਮ੍ਰਿਤਸਰ ਤੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਵੀ ਇਸ ਸਕੀਮ ਦੇ ਅੰਡਰ ਲੈਣਾ ਚਾਹੀਦਾ ਹੈ, ਠੀਕ ਹੈ ਜੀ। 32 ਕਰੋੜ ਰੁਪਇਆ ਕਿਹਦੇ ਲਈ ਰੱਖਿਆ ਗਿਆ? ਚਮਕੌਰ ਸਾਹਿਬ ਦੀ ਡਿਵੈਲਪਮੈਂਟ ਦੇ ਲਈ। ਨਾਓ ਨੈਕਸਟ ਗੱਲ ਕਰੀਏ ਆਪਾਂ ਟਰਾਂਸਪੋਰਟੇਸ਼ਨ ਸਿਸਟਮ ਦੀ। ਇਹਦੇ ਵਿੱਚ ਇੰਪੋਰਟੈਂਟ ਕੀ ਹੈ? ਟਰਾਂਸਪੋਰਟੇਸ਼ਨ ਦੀ ਗੱਲ ਕਰੀਏ ਤਾਂ ਟਰਾਂਸਪੋਰਟੇਸ਼ਨ ਦੇ ਵਿੱਚ ਆਪਣੀ ਜਿਹੜੀ ਇੱਕ ਤਾਂ ਇਲੈਕਟ੍ਰਿਕ ਵਹੀਕਲਸ ਦੀ ਵੀ ਬਹੁਤ ਗੱਲ ਕੀਤੀ ਗਈ ਹੈ, ਠੀਕ ਹੈ। ਇਲੈਕਟ੍ਰਿਕ ਵਹੀਕਲਸ ਦੀ ਕੀਤੀ ਗਈ ਹੈ। ਇਸ ਤੋਂ ਇਲਾਵਾ ਅਲਟਰਾ ਮਾਡਰਨ ਇਕਵਿਪਮੈਂਟਸ ਕਿ ਜਿਹੜੇ ਸਾਡੇ ਵਹੀਕਲਸ ਨੇ ਉਹਨਾਂ ਨੂੰ ਅਲਟਰਾ ਮਾਡਰਨ ਇਕਵਿਪਮੈਂਟਸ ਦੇ ਨਾਲ ਤਿਆਰ ਕੀਤਾ ਜਾਵੇ, ਜਿਹਦੇ ਲਈ ਕੀ ਕੀਤਾ ਗਿਆ? 6 ਆਟੋਮੇਟਿਵ ਟੈਸਟਿੰਗ ਸਟੇਸ਼ਨ ਬਣਾਏ ਜਾਣਗੇ ਪੰਜਾਬ ਦੇ ਵਿੱਚ। 6 ਆਟੋਮੇਟਿਵ ਟੈਸਟਿੰਗ ਸਟੇਸ਼ਨ ਕਿੱਥੇ ਕਿੱਥੇ ਬਣਾਏ ਜਾਣਗੇ? ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ, ਪਟਿਆਲਾ ਦੇ ਵਿੱਚ, ਬਠਿੰਡਾ ਦੇ ਵਿੱਚ, ਲੁਧਿਆਣਾ ਦੇ ਵਿੱਚ, ਫਰੀਦਕੋਟ ਤੇ ਅੰਮ੍ਰਿਤਸਰ ਦੇ ਵਿੱਚ। ਇਸ ਤੋਂ ਇਲਾਵਾ ਜੇ ਰੀਨਿਊਏਬਲ એનર્ਜੀ ਨੂੰ ਪ੍ਰਮੋਟ ਕਰਨ ਦੀ ਗੱਲ ਕਰੀਏ, ਰੀਨਿਊਏਬਲ એનર્ਜੀ ਨੂੰ ਪ੍ਰਮੋਟ ਕਰਨ ਦੀ ਗੱਲ ਕਰੀਏ ਤਾਂ ਬਜਟ ਦੇ ਵਿੱਚ ਕੀ ਰੱਖਿਆ ਗਿਆ ਕਿ ਜਿਹੜੇ ਸਾਡੇ ਡੀਜ਼ਲ ਵਗੈਰਾ ਦੇ ਨਾਲ ਟਿਊਬਵੈਲਸ ਚੱਲਦੇ ਨੇ ਨਾ, ਪਿੰਡਾਂ ਦੇ ਵਿੱਚ ਜਿਹੜੇ ਟਿਊਬਵੈਲ ਚੱਲਦੇ ਨੇ ਜਿਨ੍ਹਾਂ ਦੇ ਨਾਲ ਖੇਤਾਂ ਨੂੰ ਪਾਣੀ ਦਿੱਤਾ ਜਾਂਦਾ ਹੈ, ਉਹਨਾਂ ਨੂੰ ਸੋਲਰ ਸਿਸਟਮ ਦੇ ਉੱਤੇ ਲਗਾਇਆ ਜਾਵੇ, ਠੀਕ ਹੈ ਜੀ। ਕਿੰਨੇ ਗੱਲ ਕਰੀਏ ਕਹਿੰਦੇ ਸੌਰੀ ਓਕੇ ਕਹਿੰਦੇ ਆਪ ਗਵਰਨਮੈਂਟ ਇਜ਼ ਇੰਟੈਂਟਸ ਟੂ ਸੋਲਰਾਈਜ਼ਡ all diesel based agriculture pumps set in next 5 years with the mission to solarize the entire agriculture pumps set of the state by near 2030। एग्जाम ਦੇ ਵਿੱਚ ਪੁੱਛਿਆ ਜਾ ਸਕਦਾ ਹੈ ਕਿ ਕਿੰਨੇ ਟਾਈਮ ਤੱਕ ਕੀਤਾ ਜਾਣਾ ਇਹ, ਠੀਕ ਹੈ ਜੀ। ਤਾਂ ਜਿੰਨੇ ਵੀ ਟਿਊਬਵੈਲਸ ਨੇ ਉਹਨਾਂ ਨੂੰ ਕੀ ਕੀਤਾ ਜਾਵੇ? ਡੀਜ਼ਲ ਮਤਲਬ ਤੇਲ ਤੋਂ ਪੋਲਿਊਸ਼ਨ ਨੂੰ ਚੱਕ ਕੇ ਕਿੱਥੇ ਕੀਤਾ ਜਾਵੇ? ਸੋਲਰਾਈਜ਼ ਕੀਤਾ ਜਾਣਾ ਚਾਹੀਦਾ ਹੈ। ਕਦੋਂ ਤੱਕ ਕੀਤਾ ਜਾਏਗਾ? ਆਉਣ ਵਾਲੇ 5 ਸਾਲਾਂ ਤੱਕ, 2030 ਦੇ ਵਿੱਚ ਇਹ ਚੀਜ਼ ਕਰ ਦਿੱਤੀ ਜਾਏਗੀ। ਸੋ ਇਹ ਇੰਪੋਰਟੈਂਟ ਟੌਪਿਕ ਸੀ ਸਾਡੇ ਐਗਜ਼ਾਮ ਪੁਆਇੰਟ ਆਫ ਵਿਊ ਨਾਲ, ਜਿਸ ਨੂੰ ਆਪਾਂ ਡਿਸਕਸ ਕਰ ਚੁੱਕੇ ਹਾਂ। ਥੈਂਕ ਯੂ ਸੋ ਮਚ। ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ। ਹੋਪਫੁਲੀ ਤੁਹਾਨੂੰ ਸਾਰੀਆਂ ਚੀਜ਼ਾਂ, ਸਾਰੇ ਕਨਸੈਪਟ ਈਜ਼ੀਲੀ ਤੇ ਸਿੰਪਲ ਵਰਡਸ ਦੇ ਵਿੱਚ ਸਮਝ ਆਏ ਹੋਣਗੇ।